ਅੱਜ ਦਾ ਆਪਣਾ ਜਿਹੜਾ ਮੇਨ ਟੌਪਿਕ ਰਹੇਗਾ ਲੀਡਿੰਗ ਇਕਨੋਮਿਕ ਇੰਡੈਕਸ। ਤੁਹਾਨੂੰ ਲੇਮੈਨਸ ਨੂੰ ਥੋੜਾ ਜਿਹਾ ਇਸ ਟਰਮ ਦੇ ਬਾਰੇ ਸਮਝਾਇਓ। ਇੰਡੈਕਸ ਕੀ ਆ, ਕੀ ਜਿਹੜਾ ਇਹ ਲੀਡਿੰਗ ਇਕਨੋਮਿਕ ਇੰਡੈਕਸ ਹੁੰਦਾ ਆ ਤੇ ਇਹਨੂੰ ਆਪਾਂ ਕਿੱਦਾਂ ਸਮਝਣਾ। ਸੋ ਇੱਕ ਨਾਨ ਪਾਰਟੀਸ਼ਨ ਰਿਸਰਚ ਗਰੁੱਪ ਹੈ, ਦਾ ਨਾਮ ਹੈਗਾ ਦਾ ਕਾਨਫਰੰਸ ਬੋਰਡ। ਉਹ ਹਰ ਮਹੀਨੇ ਇੱਕ LEI ਲੀਡਿੰਗ ਇਕਨੋਮਿਕ ਇੰਡੈਕਸ ਪਬਲਿਸ਼ ਕਰਦਾ ਹੈ, ਜਿਹਦੇ ਵਿੱਚ ਉਹ 10 ਮੇਜਰ ਫੈਕਟਰਸ ਜਿਹੜੇ ਨੇ ਜਿਹਨੂੰ ਦੇਖਦੇ ਨੇ, ਜਿਹਦੇ ਚ ਸਟਾਕ ਮਾਰਕੀਟ, ਜੌਬ, ਓਵਰਆਲ ਜਿਹੜੀ ਇਹਦੇ ਨਾਲ ਇਹ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਅਗਲੇ 7 ਮਹੀਨਿਆਂ ਦੇ ਵਿੱਚ ਕਿ ਜਿਹੜੀ ਰੋਡ ਟੂ ਇਕਨੋਮੀ ਦੀ ਹੈਗੀ ਆ ਉਹ ਕਿੰਨੀ ਬੰਪੀ ਹੈ, ਕਿੰਨੀ ਖਰਾਬ ਹੈ, ਕੀ ਵਾਰਨਿੰਗ ਸਾਈਨ ਨੇ, ਤੇ ਉਹਨੂੰ ਉਹਦੇ ਨਾਲ ਪੂਰੇ ਪ੍ਰੋਜੈਕਸ਼ਨਸ ਜਿਹੜੀਆਂ ਨੇ ਜਿਹਨੂੰ ਅੰਡਰਸਟੈਂਡ ਕੀਤਾ ਜਾਏ। ਸੋ ਹਰ ਮਹੀਨੇ ਰਿਪੋਰਟ ਆਉਂਦੀ ਹੈ। ਸੋ ਜੇ ਆਪਾਂ ਗੱਲ ਕਰੀਏ ਇਸ ਟਾਈਮ ਇਕਨੋਮੀ ਦੀ, ਜਿਹੜੀ ਹੁਣ ਰਿਪੋਰਟ ਆਉਂਦੀ ਹੈ ਰਾਜਕਰਨ, ਉਹਦੇ ਚ ਇਹ ਹੈ ਕਿ ਇਕਨੋਮੀ ਜਿਹੜੀ ਹੈ ਵਾਰਨਿੰਗ ਸਾਈਨਸ ਤੇ ਅਜੇ ਵੀ ਇਕਨੋਮੀ ਦੇ ਵਿੱਚ ਹੈਗੇ ਨੇ, ਪਰ ਜਿਹੜੀ ਇੱਕ ਵੱਡੀ ਫਲੈਸ਼ਿੰਗ ਇਕਨੋਮੀ ਸਾਈਨ ਜਿਹੜੀ ਫਲੈਸ਼ ਕਰਦੀ ਪਈ ਉਹ ਸ਼ਾਇਦ ਥੋੜੀ ਜਿਹੀ ਬਲਿੰਕ ਕਰਨ ਲੱਗ ਪਈ ਹੈ। ਅੱਗੇ ਥੋੜਾ ਜਿਹਾ ਹਾਲਾਤ ਸਲਾਈਟਲੀ ਬੈਟਰ ਹੁੰਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਪਏ ਨੇ, ਬੇਸਡ ਔਨ ਦਿਸ ਪ੍ਰੋਜੈਕਸ਼ਨ, ਨਾਟ ਬੇਸਡ ਔਨ what's going on today, ਅੱਜ ਜਾਂ ਕੱਲ 3-4 ਦਿਨ ਚ ਕੀ ਹੋ ਜਾਏਗਾ, ਓਵਰਆਲ ਅਗਲੇ 6 ਮਹੀਨਿਆਂ ਦਾ ਜਿਹੜੀ ਪ੍ਰੋਜੈਕਸ਼ਨ ਉਹਦੇ ਕਰ। ਸੋ ਜਿਹੜੀ ਹੁਣ ਜੂਨ ਮਹੀਨੇ ਦੀ LEI ਆਈ ਹੈ, ਇਹ ਜਿਹੜਾ ਇੰਡੈਕਸ ਦੇ ਨੰਬਰਸ ਆਏ ਆ, ਉਹਦੇ ਬਾਰੇ ਸਾਨੂੰ ਹੁਣ ਥੋੜਾ ਜਿਹਾ ਜਿਹੜਾ ਉਹ ਦੱਸੋ ਵੀ ਕੀ ਜਿਹੜਾ ਇਸ ਦੇ ਵਿੱਚ ਹੈਗਾ। ਸਲਾਈਟਲੀ ਜੂਨ ਮਹੀਨਾ ਜਿਹੜੇ ਪਿਛਲੇ ਮਹੀਨਿਆਂ ਨਾਲ ਥੋੜਾ ਜਿਹਾ ਖਰਾਬ ਹੈ, ਪਰ ਓਵਰਆਲ ਜੇ ਆਪਾਂ ਗੱਲ ਕਰੀਏ ਜਿਹੜੇ ਪਿਛਲੇ ਜਿੰਨਾ ਐਸ ਪਹਿਲੇ 6 ਮਹੀਨਿਆਂ ਦੇ ਵਿੱਚ ਜਿਹੜਾ ਡਿਕਲਾਈਨ ਆਇਆ ਇਕਨੋਮੀ ਦੇ ਵਿੱਚ, ਇਹ ਇਸ ਸਾਲ ਦੇ ਜਿਹੜੇ ਫਸਟ ਹਾਫ ਆਫ ਦਿਸ ਈਅਰ is actually better than the last 6 months of last year. So ਕਿਤੇ ਨਾ ਕਿਤੇ ਜਿਹੜੀ ਇਨਫਲੇਸ਼ਨ ਦਾ ਇਸ਼ੂ ਹੀ ਉਹ ਪਿਛਲੇ ਸਾਲ ਵੀ ਲੂਮ ਅਰਾਊਂਡ ਕਰਦਾ ਰਿਹਾ, ਇਸ ਟਾਈਮ ਵੀ ਕਰਦਾ ਰਿਹਾ, ਇਸ ਟਾਈਮ ਵੀ ਕਰਦਾ ਪਿਆ, ਪਰ ਓਵਰਆਲ ਕਿਤੇ ਨਾ ਕਿਤੇ ਐਡਜਸਟ ਹੁੰਦਾ ਪਿਆ। ਜਿਹੜਾ ਸਭ ਤੋਂ ਕੰਸਰਨਿੰਗ ਫੈਕਟਰ ਇਸ ਟਾਈਮ ਹੈਗਾ ਉਹੀ ਹੈ ਕਿ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਉਹ ਆਲ ਟਾਈਮ ਲੋ ਹੈ। ਪਹਿਲਾਂ ਵੀ ਲੋ ਹੀ, ਔਰ ਬਿਜ਼ਨਸ ਦੇ ਵਿੱਚ ਕੌਨਫੀਡੈਂਸ ਲੋ ਹੈ। ਓਵਰਆਲ ਜਿਹੜਾ ਅਮਰੀਕਨ ਕੰਜ਼ਿਊਮਰ ਹੈ ਉਹਨੂੰ ਡਰ ਪਿਆ ਹੋਇਆ ਹੈ ਕਿ ਅਗਲੇ ਮਹੀਨਿਆਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਰਿਸੈਸ਼ਨ ਆਉਣ ਦਾ ਖਦਸ਼ਾ ਨਜ਼ਰ ਆਉਂਦਾ। ਇਹ ਜਿਹੜੇ ਇੰਡੀਕੇਟਰਸ ਨੂੰ ਡਿਸਾਈਡ ਕਰਨ ਵਾਸਤੇ ਕਿ ਇਹ ਜਿਹੜੇ ਫੈਕਟਰਸ ਨੇ, ਜਿਹੜੇ ਮੇਨ ਫੈਕਟਰਸ ਨੇ, ਜਿਹੜੇ ਮੇਜਰ ਫੈਕਟਰਸ ਨੇ, ਉਹ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਕਾਊਂਟਰ ਕਰਦੇ ਹਾਂ ਦੈਨ ਵੀ ਪ੍ਰੋਜੈਕਟ। ਜਿੱਦਾਂ ਆਪਾਂ ਗੱਲ ਕੀਤੀ ਫਾਈਨੈਂਸ਼ੀਅਲ ਦੇ ਵਿੱਚ S&P 500 ਕੰਪਨੀਜ਼ ਲੈਂਡਿੰਗ ਕ੍ਰੈਡਿਟ ਹੋ ਰਿਹਾ, ਇੰਟਰਸਟ ਰੇਟ ਜਿਹੜਾ ਓਵਰਆਲ ਸਪਰੈਡ ਹੈ। ਸੋ ਨੈਕਸਟ ਇਜ਼ ਜੌਬ ਮਾਰਕੀਟ। ਸੋ ਜੌਬ ਮਾਰਕੀਟ ਦੇ ਵਿੱਚ ਟੋਟਲ ਮੈਨੂਫੈਕਚਰਿੰਗ ਜੌਬ ਵਿਚ ਇਜ਼ ਡਾਇਰੈਕਟਲੀ ਰਿਲੇਟਡ ਟੂ ਦ ਮੈਨੂਫੈਕਚਰਿੰਗ ਆਰਡਰਸ, 50 ਆਵਰ ਜੌਬਸ, ਜੌਬਲੈਸ ਕਲੇਮਸ, ਜਿਹੜਾ ਟੋਟਲ ਓਵਰਆਲ ਅਨਐਮਪਲੋਇਮੈਂਟ ਕਿੰਨੀ ਵਧਦੀ ਪਈ ਹੈ। ਸੋ ਦੈਟ ਇਜ਼ ਸੈਕੰਡ ਮੇਜਰ ਇੰਪੈਕਟ। ਉਹਦੇ ਬਾਅਦ ਜਿੱਦਾਂ ਆਪਾਂ ਗੱਲ ਕੀਤੀ ਹਾਊਸਿੰਗ ਪਰਮਿਟ ਦੀ। ਸੋ ਐਂਡ ਲਾਸਟ ਕੰਜ਼ਿਊਮਰ ਐਕਸਪੈਕਟੇਸ਼ਨਸ ਐਂਡ ਕੰਜ਼ਿਊਮਰ ਕੌਨਫੀਡੈਂਸ, ਜਿੰਨਾ ਚਿਰ ਉਹ ਪ੍ਰੋਪਰਲੀ ਵਾਪਸ ਨਹੀਂ ਆਉਂਦਾ ਸਾਰੇ ਪਾਸੇ ਸਿਸਟਮ ਦੇ ਵਿੱਚ, ਸਾਰੀਆਂ ਚੀਜ਼ਾਂ ਉਹਦੇ ਉੱਤੇ ਡਿਪੈਂਡ ਕਰਦੀਆਂ ਨੇ। ਈਵਨ ਦੋ 10% ਇਫੈਕਟ ਹੈਗਾ, ਪਰ ਉਹ ਕੰਜ਼ਿਊਮਰ ਦੀ ਕੌਨਫੀਡੈਂਸ ਦੇ ਨਾਲ, ਕੰਜ਼ਿਊਮਰ ਦੀ ਐਕਸਪੈਕਟੇਸ਼ਨ ਦੇ ਨਾਲ ਹੀ ਸਪੈਂਡਿੰਗ ਵੱਧਦੀ ਹੈ, ਔਰ ਕੰਪਨੀਆਂ ਜਿਹਨਾਂ ਨੇ ਇਨਵੈਸਟ ਕਰਨਾ ਜਾਂ ਉਹਨਾਂ ਨੇ ਘਰ ਖਰੀਦਣੇ ਨੇ। ਸੋ ਦੈਟ ਆਲ ਡਿਪੈਂਡਸ। ਇਹ ਜਿਹੜੇ ਮੇਜਰ ਫੈਕਟਰ ਨੇ। ਇੱਕ ਲੇਟੈਸਟ ਰਿਪੋਰਟ ਇਹ ਵੀ ਆਈ ਸੀ ਕਿ ਨਿਰਮਲ ਮਾਨ ਜੀ ਵੀ ਲੋਕਾਂ ਨੂੰ ਕ੍ਰੈਡਿਟ ਕਾਰਡ ਦੇ ਉੱਤੇ ਹੁਣ ਰੋਜ਼ਮਰਰਾ ਦੀ ਜ਼ਿੰਦਗੀ, ਰਾਸ਼ਨ ਪਾਣੀ ਜਿਹੜਾ ਉਹ ਕਰਨਾ ਪੈ ਰਿਹਾ ਹੈ। ਉਹ ਕ੍ਰੈਡਿਟ ਕਾਰਡ ਦੇ ਉੱਤੇ ਜਿਹੜਾ ਰੋਟੀ ਦੇ ਲਈ ਜਿਹੜਾ ਉਹ ਆ ਗਏ ਆ, ਇਹ ਗੁੱਡ ਸਾਈਨ ਨਹੀਂ ਹੈਗਾ। ਤੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਾਂਗੇ ਓਵਰਆਲ ਇਕਨੋਮੀ ਨੂੰ ਲੈ ਕੇ, ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਆ। ਕੁਛ ਰਿਪੋਰਟਸ ਜਿਹੜੀਆਂ ਉਹ ਆਈਆਂ, ਉਹ ਇੰਡੈਕਸ ਦੇ ਬਾਰੇ ਵੀ ਗੱਲ ਕਰਾਂਗੇ। ਫਿਊਚਰ ਦੇ ਵਿੱਚ ਕੀ ਹੋ ਸਕਦਾ ਆ, ਉਸ ਦੀਆਂ ਕੀ ਆਸਰਾਈਆਂ। ਭਵਿੱਖਬਾਣੀ ਕੋਈ ਨਹੀਂ, ਬਸ ਅੰਦਾਜ਼ੇ ਹੁੰਦੇ ਆ ਜਿਹੜੇ ਮਾਰਕੀਟ ਐਕਸਪਰਟਸ ਕਰ ਰਹੇ ਆ ਇਹਨਾਂ ਰਿਪੋਰਟਸ ਦੇ ਨੰਬਰਸ ਦੇ ਜਿਹੜੇ ਉਦਾਹਰਨ ਦੇ ਉੱਤੇ। ਉਹਦੇ ਬਾਰੇ ਥੋੜ੍ਹੀ ਆਪਾਂ ਚਰਚਾ ਕਰਾਂਗੇ। ਕੀ ਸਿਚੁਏਸ਼ਨਸ ਆਮ ਲੋਕਾਂ ਦੀਆਂ ਬਣੀਆਂ ਪਈਆਂ, ਕਿੱਥੇ ਕੋ ਖੜੇ ਨੇ ਇਕਨੋਮਿਕਲੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦਾ ਆਪਣਾ ਜਿਹੜਾ ਮੇਨ ਟੌਪਿਕ ਰਹੇਗਾ ਲੀਡਿੰਗ ਇਕਨੋਮਿਕ ਇੰਡੈਕਸ। ਇਸ ਇੰਡੈਕਸ ਦੀ ਆਪਾਂ ਜਿਹੜੀ ਗੱਲ ਕਰਨੀ ਆ, ਤੇ ਮੈਂ ਨਿਰਮਲ ਮਾਨ ਜੀ ਤੁਹਾਨੂੰ ਬੇਨਤੀ ਕਰਦਾ ਵੀ ਸਾਨੂੰ ਲੇਮੈਨਸ ਨੂੰ ਥੋੜਾ ਜਿਹਾ ਇਸ ਟਰਮ ਦੇ ਬਾਰੇ ਸਮਝਾਇਓ। ਇੰਡੈਕਸ ਕੀ ਆ, ਕੀ ਜਿਹੜਾ ਇਹ ਲੀਡਿੰਗ ਇਕਨੋਮਿਕ ਇੰਡੈਕਸ ਹੁੰਦਾ ਆ, ਤੇ ਇਹਨੂੰ ਆਪਾਂ ਕਿੱਦਾਂ ਸਮਝਣਾ ਹੁੰਦਾ। ਜੀ ਬਿਲਕੁਲ। ਸੇ ਆਪਾਂ ਜੇ ਇੱਕ ਐਨਰਜੀ ਯੂਜ਼ ਕਰ ਲਈਏ ਕਿ ਆਪਣੇ ਕੋਲ ਮੰਨ ਲਓ ਗੱਡੀ ਹੈ ਤੇ ਗੱਡੀ ਦੀ ਹੈਡਲਾਈਟਸ ਨੇ, ਔਰ ਆਪਾਂ ਅੱਗੇ ਦੇਖਣੇ ਆ ਕਿ ਅੱਗੋਂ ਜਿਹੜਾ ਹੈਡਲਾਈਟਸ ਕਿੰਨੀ ਕੁ ਦੂਰ ਆਪਣਾ 7 ਮਹੀਨੇ ਤੱਕ ਅੱਗੇ ਪ੍ਰੋਜੈਕਸ਼ਨ ਦੇਖ ਸਕਦੇ ਨੇ। ਸੋ ਇੱਕ ਨਾਨ ਪਾਰਟੀਸ਼ਨ ਰਿਸਰਚ ਗਰੁੱਪ ਹੈ, ਦਾ ਨਾਮ ਹੈਗਾ ਦਾ ਕਾਨਫਰੰਸ ਬੋਰਡ। ਉਹ ਹਰ ਮਹੀਨੇ ਇੱਕ LEI ਲੀਡਿੰਗ ਇਕਨੋਮਿਕ ਇੰਡੈਕਸ ਪਬਲਿਸ਼ ਕਰਦਾ, ਜਿਹਦੇ ਵਿੱਚ ਉਹ 10 ਮੇਜਰ ਫੈਕਟਰਸ ਜਿਹੜੇ ਨੇ ਜਿਹਨੂੰ ਦੇਖਦੇ ਨੇ, ਜਿਹਦੇ ਚ ਸਟਾਕ ਮਾਰਕੀਟ, ਜੌਬ, ਓਵਰਆਲ
ਜਿਹੜੀ ਇਹਦੇ ਨਾਲ ਇਹ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਅਗਲੇ 7 ਮਹੀਨਿਆਂ ਦੇ ਵਿੱਚ ਕਿ ਜਿਹੜੀ ਰੋਡ ਟੂ ਇਕਨੋਮੀ ਦੀ ਹੈਗੀ ਆ ਉਹ ਕਿੰਨੀ ਬੰਪੀ ਹੈ, ਕਿੰਨੀ ਖਰਾਬ ਹੈ, ਕੀ ਵਾਰਨਿੰਗ ਸਾਈਨ ਨੇ, ਤੇ ਉਹਨੂੰ ਉਹਦੇ ਨਾਲ ਪੂਰੇ ਪ੍ਰੋਜੈਕਸ਼ਨਸ ਜਿਹੜੀਆਂ ਨੇ ਉਹਨੂੰ ਜਿਹਨੂੰ ਅੰਡਰਸਟੈਂਡ ਕੀਤਾ ਜਾਏ। ਸੋ ਹਰ ਮਹੀਨੇ ਰਿਪੋਰਟ ਆਉਂਦੀ ਹੈ। ਸੋ ਜਿਹੜੀ ਰੀਸੈਂਟ ਰਿਪੋਰਟ ਆਈ ਹੈ ਉਹ ਇਸੇ ਹਫਤੇ ਆਈ ਹੈ, ਪਿਛਲੇ ਮਹੀਨੇ ਦੀ ਜੂਨ ਦੀ, ਔਰ ਅਗਲੀ ਜਿਹੜੀ ਹੈ ਮਿਡ ਅਗਸਤ ਦੇ ਵਿੱਚ, ਅਗਸਤ 18 ਦੇ ਲੱਗ ਜਾਗੇ ਆਉਣੀ ਹੈ। ਸੋ ਐਵਰੀ ਮੰਥ ਇਹ ਰਿਪੋਰਟ ਆਉਂਦੀ ਹੈ ਜਿਹਦੇ ਵਿੱਚ ਓਵਰਆਲ ਇਕਨੋਮੀ ਨੂੰ ਆਪਾਂ ਐਨਾਲਾਈਜ਼ ਕਰਦੇ ਹਾਂ ਕਿ ਕਿੱਥੇ ਚੱਲਦਾ ਪਿਆ। ਸੋ ਜੇ ਆਪਾਂ ਗੱਲ ਕਰੀਏ ਇਸ ਟਾਈਮ ਇਕਨੋਮੀ ਦੀ ਜਿਹੜੀ ਹੁਣ ਰਿਪੋਰਟ ਆਉਂਦੀ ਪਈ ਰਾਜਕਰਨ, ਉਹਦੇ 'ਚ ਇਹੀ ਹੈ ਕਿ ਇਕਨੋਮੀ ਜਿਹੜੀ ਹੈ ਵਾਰਨਿੰਗ ਸਾਈਨਸ ਤੇ ਅਜੇ ਵੀ ਇਕਨੋਮੀ ਦੇ ਵਿੱਚ ਹੈਗੇ ਨੇ, ਪਰ ਜਿਹੜੀ ਇੱਕ ਵੱਡੀ ਫਲੈਸ਼ਿੰਗ ਇਕਨੋਮੀ ਸਾਈਨ ਜਿਹੜੀ ਵਾਰਨਿੰਗ ਲਾਈਟ ਜਿਹੜੀ ਫਲੈਸ਼ ਕਰਦੀ ਪਈ ਸੀ, ਉਹ ਸ਼ਾਇਦ ਥੋੜੀ ਜਿਹੀ ਬਲਿੰਕ ਕਰਨ ਲੱਗ ਪਈ ਅੱਗੇ ਨੂੰ, ਥੋੜਾ ਜਿਹਾ ਹਾਲਾਤ ਸਲਾਈਟਲੀ ਬੈਟਰ ਹੁੰਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਪਏ ਨੇ based on this projection, not based on what's going on today, ਅੱਜ ਜਾਂ ਕੱਲ 3-4 ਦਿਨ ਚ ਕੀ ਹੋ ਜਾਏਗਾ, ਓਵਰਆਲ ਅਗਲੇ 6 ਮਹੀਨਿਆਂ ਦਾ ਜਿਹੜੀ ਪ੍ਰੋਜੈਕਸ਼ਨ ਉਹਦੇ ਕਰਕੇ। ਸੋ ਬਿਲਕੁਲ ਲੋਕ ਹਮੇਸ਼ਾ ਹੀ ਨਿਰਮਲ ਮਾਨ ਜੀ ਇਹ ਜਾਣਨਾ ਚਾਹੁੰਦੇ ਆ ਵੀ ਕੀ ਜਿਹੜੀ ਆ ਸਥਿਤੀ ਹੋ ਸਕਦੀ ਹੈ, ਫਿਰ ਬੰਦੇ ਡਿਸੀਜਨ ਉਸ ਹਿਸਾਬ ਦੇ ਨਾਲ ਆਪਣੇ ਫਾਈਨੈਂਸ਼ੀਅਲਸ ਦੇ ਖਾਸ ਕਰਕੇ ਬੰਦੇ ਫਿਰ ਉਸ ਹਿਸਾਬ ਦੇ ਨਾਲ ਡਿਸੀਜਨ ਲੈਂਦੇ ਆ ਵੀ ਆਪਾਂ ਕਿੱਦਾਂ ਦੇ ਜਿਹੜੇ ਉਹ ਫੈਸਲੇ ਲਈਏ ਜਿਹਦੇ ਨਾਲ ਪਤਾ ਲੱਗੇ। ਸੋ ਇਹ ਜਿਹੜੀ ਹੁਣ ਜੂਨ ਮਹੀਨੇ ਦੀ LEI ਆਈ ਹੈ, ਇਹ ਜਿਹੜਾ ਇੰਡੈਕਸ ਦੇ ਨੰਬਰਸ ਆਏ ਆ, ਉਹਦੇ ਬਾਰੇ ਸਾਨੂੰ ਹੁਣ ਥੋੜਾ ਜਿਹਾ ਜਿਹੜਾ ਉਹ ਦੱਸੋ ਵੀ ਕੀ ਜਿਹੜਾ ਇਸ ਦੇ ਵਿੱਚ ਹੈਗਾ, ਜਿੱਦਾਂ ਤੁਸੀਂ ਕਿਹਾ ਵੀ ਮਲਟੀਪਲ ਜਿਹੜੇ ਆਸਪੈਕਟਸ ਨੇ ਇਕਨੋਮੀ ਦੇ, ਉਹਨਾਂ ਦੇ ਉੱਤੇ ਉਹ ਆਉਂਦਾ ਆ। ਸੋ ਇਹ ਨੰਬਰ ਹੁੰਦਾ ਆ, ਪਰਸੈਂਟੇਜ ਹੁੰਦੀ ਆ, ਕੀ ਹੁੰਦਾ ਹੈ, ਤੇ ਇਹ ਨੰਬਰ ਸਿਗਨੀਫਾਈ ਕੀ ਕਰਦੇ ਨੇ? ਸੋ ਨੰਬਰ ਸਿਗਨੀਫਾਈ ਜਿੱਦਾਂ ਆਪਾਂ ਕਿਹਾ ਕਿ ਫॉर ਨੈਕਸਟ 7 ਮੰਥਸ ਓਵਰਆਲ ਆਪਾਂ ਰਿਪੋਰਟ ਦੇਖਣੀ ਕਿ ਓਵਰਆਲ ਕਿੱਥੇ ਚੱਲਦੀ ਪਈ ਹੈ। ਸੋ ਸਲਾਈਟਲੀ ਜਿਹੜਾ ਇਹਦੇ ਚ ਥੋੜੀ ਜੀ ਗਿਰਾਵਟ ਆਈ ਹੈ। ਆਪਾਂ ਜੇ ਗੱਲ ਕਰੀਏ ਓਵਰਆਲ ਤੇ 0.2% ਦੀ ਆਪਾਂ ਗੱਲ ਕਰੀਏ ਓਵਰਆਲ ਇਨ ਵਨ। ਸੋ ਉਹ ਜਿਹੜੀ ਮੇਨ ਕੰਪੋਨੈਂਟ ਦੇ ਵਿੱਚ ਜਿਹੜੇ ਹੈਗੇ ਨੇ ਰਾਜਕਰਨ, ਉਹਦੇ ਚ ਹੈਗੇ ਨੇ ਸਟਾਕ ਪ੍ਰਾਈਸਸ, ਜਿਹੜੇ ਅਗਲੇ ਆਉਣ ਵਾਲੇ ਜਿਹੜੇ ਘਰਾਂ ਦੇ ਨੈਕਸਟ ਸਾਲ ਦੇ ਜਿਹੜੇ ਘਰਾਂ ਦੇ ਪਰਮਿਟ ਬਣਦੇ ਪਏ ਨੇ। ਜਿੱਦਾਂ ਆਪਾਂ ਗੱਲ ਕਰਦੇ ਪਏ ਹਾਂ ਕਿ ਪਰਮਿਟ ਜਿਹੜੇ ਨੇ ਉਹ ਬੜੇ ਇੰਪੋਰਟੈਂਟ ਨੇ, ਬਿਕਾਜ਼ ਜਿਹੜੇ ਅੱਜ ਪਰਮਿਟ ਮਿਲਦੇ ਪਏ ਨੇ, ਅੱਜ ਪਰਮਿਟ ਅਪਲਾਈ ਹੁੰਦੇ ਪਏ ਨੇ ਕੰਸਟਰਕਸ਼ਨ ਵਾਸਤੇ, ਉਹ ਘਰਾਂ ਦੀ ਉਹਦੀ ਜਿਹੜੀ ਕੰਸਟਰਕਸ਼ਨ ਹੋਣੀ ਹੈ ਅਗਲੇ 6 ਮਹੀਨੇ, ਸਾਲ, 1.5 ਸਾਲ ਚੱਲਣੀ ਹੈ। ਸੋ ਦੈਟ ਆਲਸੋ ਇੰਡੀਕੇਟਸ ਕਿ ਓਵਰਆਲ ਜਿਹੜੀ ਹੈਗੀ ਹੈ ਉਹ ਅਗਲੇ 6 ਮਹੀਨੇ 2 ਸਾਲ ਜਿਹੜੀ ਹੈ ਕਿੰਨੀ ਘਰ ਬਿਲਡਰਾਂ ਨੇ ਕਿੰਨੇ ਘਰ ਬਣਾਉਣੇ ਨੇ। ਫਿਰ ਇਹ 'ਚ ਕੰਜ਼ਿਊਮਰ ਕੌਨਫੀਡੈਂਸ ਆਉਂਦਾ ਪਿਆ। ਸੋ ਸਲਾਈਟਲੀ ਜੂਨ ਮਹੀਨਾ ਜਿਹੜੇ ਪਿਛਲੇ ਮਹੀਨਿਆਂ ਨਾਲ ਥੋੜਾ ਜਿਹਾ ਖਰਾਬ ਹੈ, ਪਰ ਓਵਰਆਲ ਜੇ ਆਪਾਂ ਗੱਲ ਕਰੀਏ ਜਿਹੜੇ ਪਿਛਲੇ ਜਿੰਨਾ ਪਹਿਲੇ 6 ਮਹੀਨਿਆਂ ਦੇ ਵਿੱਚ ਜਿਹੜਾ ਡਿਕਲਾਈਨ ਆਇਆ ਇਕਨੋਮੀ ਦੇ ਵਿੱਚ, ਇਹ ਇਸ ਸਾਲ ਦੇ ਜਿਹੜੇ ਫਸਟ ਹਾਫ ਆਫ ਦਿਸ ਈਅਰ ਇਜ਼ ਐਕਚੁਅਲੀ ਬੈਟਰ ਦੈਨ ਦ ਲਾਸਟ 6 ਮੰਥਸ ਆਫ ਲਾਸਟ ਈਅਰ। ਸੋ ਕਿਤੇ ਨਾ ਕਿਤੇ ਜਿਹੜੀ ਇਨਫਲੇਸ਼ਨ ਦਾ ਇਸ਼ੂ ਹੀ ਉਹ ਪਿਛਲੇ ਸਾਲ ਵੀ ਲੂਮ ਅਰਾਊਂਡ ਕਰਦਾ ਰਿਹਾ, ਇਸ ਟਾਈਮ ਵੀ ਕਰਦਾ ਰਿਹਾ, ਇਸ ਟਾਈਮ ਵੀ ਕਰਦਾ ਪਿਆ, ਪਰ ਓਵਰਆਲ ਕਿਤੇ ਨਾ ਕਿਤੇ ਐਡਜਸਟ ਹੁੰਦਾ ਪਿਆ। ਜਿਹੜਾ ਸਭ ਤੋਂ ਕੰਸਰਨਿੰਗ ਫੈਕਟਰ ਇਸ ਟਾਈਮ ਹੈਗਾ ਉਹੀ ਹੈ ਕਿ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਉਹ ਆਲ ਟਾਈਮ ਲੋ ਹੈ। ਪਹਿਲਾਂ ਵੀ ਲੋ ਹੀ, ਔਰ ਬਿਜ਼ਨਸ ਦੇ ਵਿੱਚ ਕੌਨਫੀਡੈਂਸ ਲੋ ਹੈ। ਓਵਰਆਲ ਜਿਹੜਾ ਅਮਰੀਕਨ ਕੰਜ਼ਿਊਮਰ ਹੈ ਉਹਨੂੰ ਡਰ ਪਿਆ ਹੋਇਆ ਹੈ ਕਿ ਅਗਲੇ ਮਹੀਨਿਆਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਰਿਸੈਸ਼ਨ ਆਉਣ ਦਾ ਖਦਸ਼ਾ ਨਜ਼ਰ ਆਉਂਦਾ ਹੈ। ਔਰ ਗੋ ਹੈਡ ਪਲੀਜ਼ ਜੀ। ਸੋ ਇੱਕ ਰਿਸੈਸ਼ਨ ਦਾ ਇੱਕ ਰੂਲ ਹੁੰਦਾ ਹੈ, ਇਹਨਾਂ ਨੂੰ 3D ਰੂਲਸ ਕਹਿੰਦੇ ਆ, ਡੈਪਥ, ਡਿਊਰੇਸ਼ਨ ਤੇ ਡਿਫਿਊਜ਼ਨ, ਕਿ ਜਿਹੜੀ ਰਿਸੈਸ਼ਨ ਹੈ ਇਹ ਕਿੰਨਾ ਚਿਰ ਚੱਲ ਸਕਦੀ ਹੈ, ਕਿੰਨੀ ਇਹਦੀ ਲੰਬਾਈ ਕਿੰਨੀ ਹੋਏਗੀ ਤੇ ਡੂੰਘਾਈ ਕਿੰਨੀ ਹੈ। ਸੋ ਉਹਦਾ ਜਿਹੜਾ ਇੰਡੀਕੇਟਰ ਹੈ ਦੈਟ ਇਜ਼ ਓਵਰਆਲ ਅਜੇ ਵੀ देयर इज अ चांस ऑफ रिसेशन, बट पिछले जे ਆਪਾਂ ਕਰੀਏ ਪਿਛਲੇ ਮਹੀਨੇ ਨਾਲ ਜੂਨ ਨਾਲ ਜਾਂ अर्ਲੀ ਦਿਸ ਈਅਰ ਜਾਂ ਲਾਸਟ ਈਅਰ ਨਾਲ ਉਹਦੇ ਰਿਸੈਸ਼ਨ ਦੇ ਚਾਂਸ ਥੋੜੇ ਜਿਹੇ ਘੱਟ ਨੇ, ਪਰ ਜਿਹੜਾ ਖਤਰਾ ਰਿਸੈਸ਼ਨ ਦਾ ਬਾਈ ਐਂਡ ਆਫ ਦਿਸ ਈਅਰ, ਜਿੱਦਾਂ ਅੱਗੇ ਕਿਹਾ ਕਿ ਵਾਰਨਿੰਗ ਲਾਈਟ ਬੰਦ ਨਹੀਂ ਹੋਈ, ਪਰ ਜਿੱਦਾਂ ਵੱਡੇ ਲੈਵਲ ਤੇ ਫਲੈਸ਼ ਕਰਦੀ ਪਈ ਸੀ ਉਹ ਥੋੜੀ ਜਿਹੀ ਡਿਮ ਹੋ ਗਈ ਹੈ। ਸੋ ਰਿਸੈਸ਼ਨ ਇਜ਼ ਸਟਿਲ ਬਿਗ ਕੰਸਰਨ ਫॉर द ਇਕਨੋਮੀ। ਅੱਛਾ, ਇਹਦੇ ਵਿੱਚ ਇਹ ਜਿਹੜਾ ਇੰਡੈਕਸ ਦਾ ਨੰਬਰ ਆ ਇਹਦੀ ਰੇਂਜ ਕਿੰਨੀ ਕੁ ਹੁੰਦੀ ਆ? ਕੀ ਨੰਬਰ ਹੈ ਇਸ ਟਾਈਮ ਜਿਹੜਾ ਉਹ ਆਇਆ, ਜਿੱਦਾਂ ਤੁਸੀਂ ਕਿਹਾ ਵੀ 0.2% LEI ਥੱਲੇ ਜਿਹੜਾ ਹੋ ਗਿਆ ਆ, ਸੋ ਇਹਦੀ ਰੇਂਜ ਵਗੈਰਾ ਕੀ ਹੁੰਦੀ ਆ? ਕਿੱਦਾਂ ਤੁਸੀਂ ਇਸ ਨੂੰ ਜਿਹੜਾ ਉਹ ਪੜ੍ਹਦੇ ਆ
ਉੱਤੇ ਜਾਣਾ ਬੈਟਰ ਹੁੰਦਾ ਆ, ਥੱਲੇ ਜਾਣਾ ਬੈਟਰ ਹੁੰਦਾ ਹੈ, ਕਿ ਜੇ ਇਹਨੂੰ ਰੀਡ ਕਰਨਾ ਹੋਵੇ ਤਾਂ? ਜੀ ਬਿਲਕੁਲ। ਸੋ LEI ਜਿਹੜਾ ਇਹਨੇ 0.2 ਇਟ ਫੈਲ 0.2% in June of 26 to 99.1%। ਜੇ ਆਪਾਂ ਲਾਸਟ ਈਅਰ ਦੀ ਗੱਲ ਜੇ ਆਪਾਂ ਪਿਛਲੇ 2 ਮਹੀਨਿਆਂ ਦੀ ਗੱਲ ਕਰੀਏ, ਸੋ ਮਈ ਤੇ ਅਪ੍ਰੈਲ ਦੇ ਵਿੱਚ ਰਾਈਜ਼ ਕੀਤਾ ਸੀ 0.1%, ਅਪ੍ਰੈਲ ਦੇ ਵਿੱਚ ਵੀ ਰਾਈਜ਼ ਕੀਤਾ ਹੈ 0.2%। ਸੋ ਜੇ ਆਪਾਂ 3 ਮਹੀਨਿਆਂ ਨੂੰ ਐਡ ਕਰੀਏ ਤਾਂ ਆਲਮੋਸਟ ਜਿੰਨਾ ਕਿ ਆਪਾਂ ਗੇਨ ਕੀਤਾ ਸੀ ਉਹ ਲੂਜ਼ ਕਰ ਲਿਆ। ਸੋ that is a positive factor ਕਿ ਜਿੰਨਾ ਕਿ ਪਿਛਲੇ ਮਹੀਨਿਆਂ 'ਚ ਲੂਜ਼ ਹੋਇਆ ਉਹਨਾਂ ਗੇਨ ਕਰ ਲਿਆ। ਸੋ ਜਿੰਨਾ ਛੋਟਾ ਨੰਬਰ ਹੋਵੇ ਉਹਨਾਂ ਚੰਗਾ ਹੈ। ਐਗਜ਼ੈਕਟਲੀ, ਜਿੰਨਾ ਉਹਨਾਂ ਚੰਗਾ। ਸੋ ਟ੍ਰੈਂਡ ਜੋ ਆਉਣ ਵਾਲੇ ਟਾਈਮ ਉਹ ਐਗਜ਼ੈਕਟਲੀ ਇਹ ਕਿ ਜਿਹੜਾ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ, ਸੈਕੰਡ ਹਾਫ ਆਫ ਲਾਸਟ ਈਅਰ, ਪਿਛਲੇ 6 ਮਹੀਨੇ ਆਫ 20, ਉਹਦੇ 'ਚ 1.1% ਡ੍ਰੌਪ ਹੀ। ਜੇ ਆਪਾਂ ਕੰਸਰਨ ਕਰ ਰਹੇ ਹਾਂ ਕਿ 0.2% ਡ੍ਰੌਪ ਹੈ ਬਜਾਏ 1. ਸੋ ਇਟਸ ਮਚ ਬੈਟਰ। ਪਿਛਲੇ ਸਾਲ ਨਾਲ ਤੇ ਆਲਮੋਸਟ 10 ਗੁਣਾ ਬੈਟਰ ਹੈ। ਪਰ ਜਸਟ ਬਿਕਾਜ਼ ਸਿਰਫ ਇਹ ਇੰਡੈਕਸ ਬੈਟਰ ਹੈ, there are other impacts। ਸੋ ਇਹ ਆਪਾਂ ਜਿਹੜੀ ਮੇਨ ਗੱਲ ਅੱਜ ਕਰ ਰਹੇ ਹਾਂ, ਜਿਸ ਤੇ ਫੋਕਸ ਕਰ ਰਹੇ ਹਾਂ, ਵਿਦਆਊਟ ਗੋਇੰਗ ਇਨਟੂ ਵੈਰੀ ਟੈਕਨੀਕਲ ਡਿਟੇਲਸ, ਆਪਣੇ ਲੇਮਨ ਟਰਮਸ ਵਾਸਤੇ, ਆਪਣੇ ਆਡੀਅנס ਵਾਸਤੇ ਇਹ ਕਹਾਂਗੇ ਜੋ ਮਾਰਕੀਟ ਦੀਆਂ ਫਿਊਚਰ ਪ੍ਰੋਜੈਕਸ਼ਨਸ ਨੇ ਬੇਸਡ ਔਨ ਕਿੰਨੇ ਘਰ ਬਣਨੇ ਨੇ, ਮਾਰਕੀਟ ਕੌਨਫੀਡੈਂਸ, ਸਟਾਕ ਮਾਰਕੀਟ, AI ਦਾ ਜਿਹੜਾ ਹੈ, ਜਿਹੜੀਆਂ ਜੌਬ ਪ੍ਰੋਜੈਕਸ਼ਨਸ ਨੇ, ਕਿੰਨੇ ਜਿੱਦਾਂ ਹੁਣ ਅੱਜ ਦੇਖੋ, ਅੱਜ ਦੀ ਡੇਟ ਦੇ ਵਿੱਚ ਲੇਆਫਸ ਤੇ ਨਹੀਂ ਇੰਨੇ ਜ਼ਿਆਦਾ ਹੋ ਰਹੇ, ਪਰ ਹਾਇਰਿੰਗ ਬਹੁਤ ਸਲੋ ਚੱਲ ਰਹੀ ਹੈ। ਦਿਸ ਇਜ਼ ਅਨਦਰ ਫੈਕਟਰ। ਸੋ 10 ਮੇਜਰ ਫੈਕਟਰ ਨੇ ਜਿਹੜੇ ਇੰਡੀਕੇਟ ਕਰਦੇ ਪਏ ਨੇ। ਸੋ ਇਕਨੋਮੀ ਜਿਹੜੀ ਹੈ, ਜਿਹੜਾ ਇੱਕ ਵੱਡਾ ਪੈਨਿਕ ਬਣਿਆ ਹੋਇਆ, ਉਹ ਪੈਨਿਕ ਆਪਾਂ ਨੂੰ ਨੈਕਸਟ ਟਾਈਮ ਨਹੀਂ ਹੋਣਾ ਚਾਹੀਦਾ। ਆਈ ਥਿੰਕ ਕਿ ਪੈਨਿਕ ਇਜ਼ ਸਟਿਲ देयर, ਕੰਸਰਨ ਇਜ਼ ਸਟਿਲ देयर। ਗਰੋਥ ਜਿਹੜੀ ਚੱਲਦੀ ਪਈ ਹੈ ਉਹ ਸਲੋ ਚੱਲਦੀ ਪਈ ਹੈ, ਪਰ ਹਾਈ ਲੈਵਲ ਤੇ ਨਹੀਂ ਚੱਲਦੀ, ਜਿਹੜਾ ਕੰਸਰਨ ਲਾਸਟ ਈਅਰ ਦੇ ਵਿੱਚ ਹੈਗਾ ਹੀ। within now and next 7 months ਕੀ ਹੋਰ ਫੈਕਟਰਸ ਆ ਜਾਂਦੇ ਨੇ, that is also going to decide this। for example, ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਨਵੇਂ ਟੈਰਿਫ ਦਾ ਇਸ਼ੂ ਕਰ ਦਿੱਤਾ। ਹੁਣ ਨਵੇਂ ਟੈਰਿਫ ਇਸ਼ੂ ਦੇ ਨਾਲ ਇਹੀ ਬਿਗ ਪ੍ਰੋਬਲਮ ਜਿਹੜੀ ਹੈ, ਕਿਉਂਕਿ ਐਂਡ ਆਫ ਦਾ ਡੇ ਟੈਰਿਫ they are paid by the American consumer। ਔਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਤਾਂ ਸਿਰਫ ਇਹ ਟੈਰਿਫਸ ਇਸ ਟਾਈਮ ਕੈਨੇਡੀਅਨਸ ਦੇ ਨਾਲ ਨਾ ਇੱਕ ਮੋਰ ਪੋਲੀਟੀਕਲ ਰੱਸਾਕਸੀ, ਟਗ ਆਫ ਵਾਰ ਹੈ ਕਿ ਕਿਉਂਕਿ ਆਫ ਕੋਰਸ ਕੈਨੇਡੀਅਨਸ ਨੇ ਵੀ ਕਿਤੇ ਨਾ ਕਿਤੇ ਜਿਹੜਾ ਪਿਛਲਾ ਚੱਲਦਾ ਪਿਆ ਸੀ ਇੱਕ ਡਿਸਪਿਊਟ ਇਹਦੇ ਉੱਤੇ ਦੂਜੇ ਤੇ ਟੈਰਿਫਸ ਨੂੰ ਲੈ ਕੇ, ਜਿਹੜਾ ਇਹਨਾਂ ਦਾ USMCA ਜਿਹੜਾ ਆ, ਉਹ ਟ੍ਰੇਡ ਟਾਕਸ ਜਿਹੜੀਆਂ ਚੱਲ ਰਹੀਆਂ ਸੀ। ਐਗਜ਼ੈਕਟਲੀ, ਇਹਨਾਂ ਕਹਿਤਾ ਜੀ ਅਸੀਂ US ਦਾ ਲਿਕਰ ਨਹੀਂ ਵੇਚਣਾ, ਸਾਰੇ ਸ਼ੈਲਫ ਤੋਂ US ਦਾ ਲਿਕਰ ਚੁੱਕ ਦਿੱਤਾ। ਮਤਲਬ ਜੇ ਤੁਸੀਂ ਦੇਖੋ ਹੁਣ ਫਾਰ ਐਗਜ਼ਾਮਪਲ, ਅੱਗੇ ਵੀ ਆਪਾਂ ਇਹਦੇ ਬਾਰੇ ਗੱਲ ਕੀਤੀ ਹੈ ਕਿ ਜੇ ਕੰਜ਼ਿਊਮਰ ਕੌਨਫੀਡੈਂਸ ਨਹੀਂ ਹੈਗਾ ਲੋਕਾਂ ਦੇ ਵਿੱਚ, ਦੇ ਡੋਨਟ ਵਾਂਟ ਟੂ ਟਰੈਵਲ ਟੂ US, ਤੇ ਉਹ ਨਹੀਂ ਕਰਦੇ ਅੱਜ ਦੀ ਡੇਟ ਦੇ ਵਿੱਚ ਟਰੈਵਲ। ਰੀਜ਼ਨ ਬੀਇੰਗ ਕਿ ਉੱਥੇ ਇਹ ਤੇ ਨਹੀਂ ਕਿ ਫਲਾਈਟਾਂ ਬੰਦ ਕਰ ਦਿੱਤੀਆਂ ਨੇ, ਲੋਕੀ ਬਾਈ ਚੋਇਸ ਕੈਨੇਡੀਅਨਸ ਸਟਾਰਟ ਕਮਿੰਗ ਟੂ US। ਜੇ ਉਹਨਾਂ ਨੇ ਅਮਰੀਕਨ ਲਿਕਰ ਜਾਂ ਅਮਰੀਕਨ ਵਿਊਜ਼ ਜਾਂ ਅਮਰੀਕਨ ਪ੍ਰੋਡਕਟ ਨਹੀਂ ਖਰੀਦਣੇ, ਇਹ ਜੇ ਪੋਲੀਟੀਸ਼ੀਅਨ ਉਦੋਂ ਦੇ ਕੈਨੇਡੀਅਨਸ ਵੀ ਨਾ ਕਹਿਣ ਤੇ ਆਫ ਕੋਰਸ ਇਧਰੋਂ ਵੀ ਇੰਨਾ ਪ੍ਰੈਸ਼ਰ ਨਾ ਪੈਂਦਾ। ਤੇ ਹੁਣ ਜੇ ਜਿਹੜਾ ਹੁਣ ਨਵਾਂ ਸੈਕਸ਼ਨ ਯੂਜ਼ ਕੀਤਾ ਕਿ ਜਿਹੜਾ ਜਿਹਦੇ ਔਨ ਬੇਸਿਸ ਆਫ ਵਾਟ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ, ਬਿਕਾਜ਼ ਇੱਕ ਵਾਰੀ ਤੇ ਲੂਜ਼ ਕਰ ਦਿੱਤਾ, ਕੋਰਟ ਜਾ ਕੇ ਕੋਰਟ ਕਿਹਾ ਕਿ ਤੁਸੀਂ ਟੈਰਿਫ ਨਹੀਂ ਪਾ ਸਕਦੇ, ਸੁਪਰੀਮ ਕੋਰਟ ਨੇ ਕਿਹਾ ਡਿਫਰੈਂਟ ਸੈਕਸ਼ਨ, ਉਹ ਸੈਕਸ਼ਨ ਦੇ ਉੱਤੇ ਆ ਕਹਿੰਦੇ ਕਿ ਹੁਣ ਅਸੀਂ ਟੈਰਿਫ ਲਾਉਣੇ ਨੇ। ਹੁਣ ਜੇ ਟੈਰਿਫ ਇੱਕ ਕੰਟਰੀ ਤੋਂ ਬਾਅਦ ਸਾਰੀ ਕੰਟਰੀ ਤੇ ਲਾਉਣੇ ਜਾਂ ਮਲਟੀਪਲ ਕੰਟਰੀ ਲਾਉਣੇ ਸ਼ੁਰੂ ਕਰ ਦਿੱਤੇ, ਸੋ ਦੈਟ ਇਜ਼ ਗੋਇੰਗ ਟੂ ਅਫੈਕਟ ਜੌਬ ਮਾਰਕੀਟ, ਕੰਜ਼ਿਊਮਰ ਕੌਨਫੀਡੈਂਸ, ਤੇ ਉਹਦੇ ਨਾਲ ਜਿਹੜਾ ਓਵਰਆਲ ਜਿੱਦਾਂ ਆਪਾਂ ਕੰਜ਼ਿਊਮਰ ਕੌਨਫੀਡੈਂਸ ਦੀ ਗੱਲ ਕੀਤੀ ਹੈ, so generally household businesses they are very pessimistic because ਜੇ ਆਪਾਂ ਗੱਲ ਕਰੀ ਜਿੱਦਾਂ ਗੱਲ ਕਰ ਰਹੇ ਹਾਂ ਕਿ one of the major factors ਜਿਹੜੀ ਰਿਪੋਰਟ ਇੰਡੈਕਸ ਆਉਂਦੀ ਹੈ ਉਹ 'ਚ ਬਿਲਡਿੰਗ ਪਰਮਿਟਸ ਆਉਂਦੇ ਨੇ, ਔਰ ਬਿਲਡਿੰਗ ਪਰਮਿਟਸ ਦੀ ਜਿਹੜੀ ਹੈ ਉਹ ਵੱਡੇ ਲੈਵਲ ਤੇ ਜਿਹੜੀ ਚਾਹੇ ਉਹ ਕੰਸਟਰਕਸ਼ਨ ਜੌਬ ਨੇ, ਚਾਹੇ ਲੰਬਰ ਆਰਡਰ ਨੇ, ਚਾਹੇ ਅਪਲਾਇੰਸ ਸੇਲਸ ਹੈ, ਚਾਹੇ ਜਿਹੜੀ ਰੀਅਲ ਸਟੇਟ ਮਾਰਕੀਟ ਦੇ ਵਿੱਚ ਚਾਹੇ ਉਹ ਰੀਅਲਟਰਸ ਦੀ ਸੇਲਸ ਹੈ, ਚਾਹੇ ਜਿੰਨਾ ਵੀ ਇਹ ਮਾਰਕੀਟ ਦੇ ਵਿੱਚ ਟੋਟਲ ਇਸ ਮਾਰਕੀਟ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜੋ ਵੀ ਬਿਜ਼ਨਸ ਇਨਫੈਕਟਡ ਨੇ, ਉਹਨਾਂ ਦਾ ਕੌਨਫੀਡੈਂਸ ਬਹੁਤ ਲੋ ਹੈਗਾ। ਔਰ ਉਹਦਾ ਲੋ ਕੌਨਫੀਡੈਂਸ ਹੈ that will actually contribute by people not supporting the economy। ਹਰ ਬੰਦਾ ਆਪਣਾ ਪੈਸਾ ਹੋਲਡ ਕਰਨਾ ਚਾਹੇਗਾ, ਔਰ ਅੱਜ ਦੀ ਡੇਟ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਕੈਸ਼ ਇਜ਼ ਕਿੰਗ, everyone wants to hold to cash as much as can, ਕਿਉਂਕਿ
ਜੇ ਆਪਾਂ ਅੱਗੇ ਵੀ ਗੱਲ ਕਰਦੇ ਰਹਿੰਦੇ ਆ ਕਿ ਇਕਨੋਮੀ ਦੀ ਜੇ ਗੱਲ ਕਰੀਏ, ਮੇਜਰ ਇੰਡੀਕੇਟਿੰਗ ਫੈਕਟਰ ਹੈ ਘਰਾਂ ਦੀ ਪ੍ਰਾਈਸਸ, ਉਹਦੀ ਕਿੰਨੇ ਡਰਾਸਟਿਕਲੀ ਪ੍ਰਾਈਸਸ ਵਧੀਆਂ ਪੈਂਡੈਮਿਕ ਦੇ ਵਿੱਚ, ਜਦੋਂ ਇਕਨੋਮੀ ਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਬਹੁਤ ਜ਼ਿਆਦਾ ਸੀ। ਹੁਣ ਓਵਰਆਲ ਕੰਟਰੀ ਵਿਦ ਫਿਊ ਐਕਸੈਪਸ਼ਨਸ ਹਰ ਪਾਸੇ ਘਰ ਇੱਕ 1% ਤੋਂ ਲੈ ਕੇ 10%, 20% ਤੱਕ ਘਰਾਂ ਦੀ ਮਾਰਕੀਟ ਡਿੱਗਦੀ ਪਈ ਹੈ। ਫੋਰਕਲੋਜ਼ਰਸ ਆਰ ਇੰਕਰੀਜ਼ਿੰਗ, ਔਰ ਇਹ ਹਾਲਾਤ ਵੀ ਆ ਚੁੱਕੇ ਨੇ ਕਿ ਇਨ ਸਰਟਨ ਕੇਸਿਸ, ਕਿਉਂਕਿ ਬਿਕਾਜ਼ ਆਫ AI ਐਂਡ ਜਿਹੜੀ ਜੌਬ ਮਾਰਕੀਟ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਲੋਕਾਂ ਦੀ ਜੌਬਸ ਇੰਟਰਸਟ ਰੇਟ 2% ਤੇ ਹਨ। ਈਵਨ ਉਹਨਾਂ ਨੂੰ ਵੀ ਬਹੁਤ ਲੋਕਾਂ ਨੂੰ, ਕਈਆਂ ਦੇ ਵਿੱਚ ਉਹਨਾਂ ਨੂੰ ਵੀ ਅਨਕੰਫਰਟੇਬਲ ਹੋ ਰਹੇ ਨੇ ਉਹ ਪੇ ਕਰਨ ਵਾਸਤੇ, ਔਖਾ ਹੋ ਰਿਹਾ ਕੰਮ। ਆਪਾਂ ਸਕਰੀਨ ਦੇ ਉੱਤੇ ਇਸ ਟਾਈਮ ਇੱਕ ਗ੍ਰਾਫ ਜਿਹੜਾ ਉਹ ਦਿਖਾ ਰਹੇ ਹਾਂ ਵੀ ਜਿਹੜੀ ਇੰਡੈਕਸ ਆ ਉਹਦੇ ਵਿੱਚ ਕਿਹੜੇ ਜਿਹੜੇ ਕੰਪੋਨੈਂਟ ਆ ਤੇ ਕਿਹੜੀਆਂ ਕੈਟਾਗਰੀਜ਼ ਹੁੰਦੀਆਂ, ਜੇ ਤੁਸੀਂ ਥੋੜਾ ਇਹ ਐਕਸਪਲੇਨ ਕਰਿਓ ਜੀ। ਸੋ ਐਗਜ਼ੈਕਟਲੀ ਇਹ ਜਿਹੜੇ ਇੰਡੀਕੇਟਰਸ ਨੂੰ ਡਿਸਾਈਡ ਕਰਨ ਵਾਸਤੇ ਕਿ ਇਹ ਜਿਹੜੇ ਫੈਕਟਰਸ ਨੇ, ਜਿਹੜੇ ਮੇਨ ਫੈਕਟਰਸ ਨੇ, ਜਿਹੜੇ ਮੇਜਰ ਫੈਕਟਰਸ ਨੇ, ਉਹ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਕਾਊਂਟਰ ਕਰਦੇ ਹਾਂ ਦੈਨ ਵੀ ਪ੍ਰੋਜੈਕਟ, ਜਿੱਦਾਂ ਆਪਾਂ ਗੱਲ ਕੀਤੀ ਫਾਈਨੈਂਸ਼ੀਅਲ ਦੇ ਵਿੱਚ S&P 500 ਕੰਪਨੀਜ਼, ਲੈਂਡਿੰਗ ਕ੍ਰੈਡਿਟ ਹੋ ਰਿਹਾ, ਇੰਟਰਸਟ ਰੇਟ ਜਿਹੜਾ ਓਵਰਆਲ ਸਪਰੈਡ ਹੈ। ਸੋ ਇਹ that is the major financial factor ਕਿ ਤੁਹਾਡੀ ਟੋਟਲ ਇਕਨੋਮੀ ਜਿਹੜੀ ਤੁਹਾਡੀ ਇੱਥੇ ਕੰਪਨੀਆਂ ਉਹ ਕਿੱਦਾਂ ਕਰ ਰਹੀਆਂ ਨੇ, ਲੈਂਡਿੰਗ ਕਿੰਨੀ ਈਜ਼ੀ ਹੋਈ ਪਈ ਹੈ, ਲੈਂਡਿੰਗ ਦਾ ਰੇਟ ਕੀ ਹੈ, ਲੋਕੀ ਕਿੰਨਾ ਪੈਸਾ ਲੈ ਰਹੇ ਨੇ, ਔਰ ਇੰਟਰਸਟ ਰੇਟ ਜਿਹੜੀ ਲੈਂਡਿੰਗ ਇਫੈਕਟ ਕਰਦੀ ਹੈ, ਇੰਟਰਸਟ ਰੇਟ ਦੇ ਉੱਤੇ ਇੰਪੈਕਟ ਕਰਦੀ ਹੈ, ਔਰ ਕਿੰਨਾ ਤੁਸੀਂ ਪੈਸਾ ਬੋਰੋ ਕਰ ਸਕਦੇ ਹੋ, ਚਾਹੇ ਤੁਸੀਂ ਕੰਪਨੀ ਵਿੱਚ ਪੈਸੇ ਰੀਇਨਵੈਸਟ ਕਰਨੇ ਨੇ, ਚਾਹੇ ਤੁਸੀਂ ਘਰ ਖਰੀਦਣਾ, ਚਾਹੇ ਕੰਜ਼ਿਊਮਰ ਸਪੈਂਡਿੰਗ ਕਰਨੀ ਹੈ, ਚਾਹੇ ਤੁਸੀਂ ਹੋਰ ਬੰਦੇ ਹਾਇਰ ਕਰਨੇ ਨੇ, you need more money to hire more people to invest more money in the company. So ਇੱਕ ਸਭ ਤੋਂ ਵੱਡਾ ਫੈਕਟਰ ਦੇ ਵਿੱਚ one of the biggest factor ਇਹ ਹੈ। ਸੋ ਦੂਜਾ ਇਕੁਅਲੀ ਇੰਪੋਰਟੈਂਟ ਫੈਕਟਰ ਮੈਨੂਫੈਕਚਰਿੰਗ ਐਂਡ ਨਿਊ ਆਰਡਰਸ, ਔਰ ਇਹਦੇ ਚ ਨਵੇਂ ਆਰਡਰ ਜਿਹੜੇ ਆ ਰਹੇ ਨੇ ਮੈਨੂਫੈਕਚਰਿੰਗ ਦੇ ਫॉर ਨੈਕਸਟ 6 to 7 months, that is also important ਕਿ ਜਿਹੜੀਆਂ ਅੱਜ ਕੰਪਨੀਆਂ ਨੇ ਉਹ ਕਿੰਨੀ ਕੌਨਫੀਡੈਂਟ ਨੇ ਅਗਲੇ 6 ਮਹੀਨੇ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਜਾਂ ਪ੍ਰੋਡਕਸ਼ਨ ਕਰਨ ਵਾਸਤੇ। ਠੀਕ ਹੈ, ਉਹਨਾਂ ਦਾ ਕੌਨਫੀਡੈਂਸ ਲੋ ਹੈ ਤਾਂ ਆਫ ਕੋਰਸ ਅਗਲੇ 6 ਮਹੀਨੇ ਦੇ ਵਿੱਚ ਜੇ ਅੱਜ ਆਪਣੇ ਆਰਡਰ ਪਲੇਸ ਨਹੀਂ ਕਰ ਰਹੇ ਜਾਂ ਮੈਨੂਫੈਕਚਰਿੰਗ ਆਪਣੀ ਪ੍ਰੋਜੈਕਸ਼ਨ ਨਹੀਂ ਕਰ ਰਹੇ ਅਗਲੇ 6 ਮਹੀਨੇ ਵਾਸਤੇ, ਦੈਟ ਮੀਨਸ ਇਹ ਮੈਨੂਫੈਕਚਰਿੰਗ ਅਗਲੇ 6 ਮਹੀਨੇ ਵਾਸਤੇ ਲੋ ਹੋਣੀ ਹੈ। ਆਫ ਕੋਰਸ ਦੈਟ ਇਜ਼ ਗੋਇੰਗ ਟੂ ਕੰਟਰੀਬਿਊਟ ਨੈਗੇਟਿਵਲੀ, ਚਾਹੇ ਉਹ ਤੁਹਾਡੀ ਲੇਬਰ ਮਾਰਕੀਟ ਹੈ, ਚਾਹੇ ਤੁਹਾਡੀ ਜੌਬਲੈਸ ਕਲੇਮਸ ਜ਼ਿਆਦੀਆਂ ਨੇ, ਚਾਹੇ ਤੁਸੀਂ ਵਾਪਸ ਜਿਹੜੀ GDP ਓਵਰਆਲ GDP ਲੋਕਾਂ ਨੇ ਜਿਹੜਾ ਕੰਜ਼ਿਊਮਰ ਸਪੈਂਡਿੰਗ ਹੈ ਉਹ ਘਟਣੀ ਹੈ। So next is job market. So job market ਦੇ ਵਿੱਚ total manufacturing job which is directly related to the manufacturing orders, 50-hour jobs, jobless claims ਜਿਹੜਾ total overall unemployment ਕਿੰਨੀ ਵਧਦੀ ਪਈ ਹੈ, so that is major second major impact। ਉਹਦੇ ਬਾਅਦ ਜਿੱਦਾਂ ਆਪਾਂ ਗੱਲ ਕੀਤੀ ਹਾਊਸਿੰਗ ਪਰਮਿਟ ਦੀ, huge 10% ਕਿੰਨੇ ਹੋਣੇ ਨੇ। So and last consumer expectations and consumer confidence, ਜਿੰਨਾ ਚਿਰ ਉਹ ਪ੍ਰੋਪਰਲੀ ਵਾਪਸ ਨਹੀਂ ਆਉਂਦਾ ਸਾਰੇ ਪਾਸੇ ਸਿਸਟਮ ਦੇ ਵਿੱਚ, ਸਾਰੀਆਂ ਚੀਜ਼ਾਂ ਉਹਦੇ ਉੱਤੇ ਡਿਪੈਂਡ ਕਰਦੀਆਂ ਨੇ। ਈਵਨ ਦੋ 10% ਇਫੈਕਟ ਹੈਗਾ, ਪਰ ਉਹ ਕੰਜ਼ਿਊਮਰ ਦੀ ਕੌਨਫੀਡੈਂਸ ਦੇ ਨਾਲ, ਕੰਜ਼ਿਊਮਰ ਦੀ ਐਕਸਪੈਕਟੇਸ਼ਨ ਦੇ ਨਾਲ ਹੀ ਸਪੈਂਡਿੰਗ ਵੱਧਦੀ ਹੈ, ਔਰ ਕੰਪਨੀਆਂ ਜਿਹਨਾਂ ਨੇ ਇਨਵੈਸਟ ਕਰਨਾ ਜਾਂ ਉਹਨਾਂ ਨੇ ਘਰ ਖਰੀਦਣੇ ਨੇ। ਸੋ ਦੈਟ ਆਲ ਡਿਪੈਂਡਸ। ਇਹ ਜਿਹੜੇ ਮੇਜਰ ਫੈਕਟਰ ਨੇ, ਇਹਨਾਂ ਮੇਜਰ ਜਿਹੜੇ, ਔਰ ਇਹ ਨਹੀਂ ਕਿ ਮਲਟੀਪਲ ਈਅਰਸ ਤੋਂ ਇਹ ਚੱਲਦਾ ਪਿਆ। ਦਿਸ ਇਜ਼ ਵੈਰੀ ਮਤਲਬ ਕਿ ਜਿਹੜਾ ਓਵਰਆਲ ਸਟਰਕਚਰ ਦੇ ਵਿੱਚ this is a very reliable indicator of next 6 months। ਅੱਛਾ, ਅਕਸਰ ਨਿਰਮਲ ਮਾਨ ਜੀ ਕਿਹਾ ਜਾਂਦਾ ਵੀ ਵਾਲ ਸਟਰੀਟ ਤੇ ਮੇਨ ਸਟਰੀਟ ਦੇ ਵਿੱਚ ਫਰਕ ਬੜਾ ਆ, ਪਰ ਇਹ ਜਿਹੜਾ ਇੰਡੈਕਸ ਹੈ ਤਾਂ ਦੋਨਾਂ ਸਟਰੀਟਸ ਨੂੰ ਇਕੱਠਿਆਂ ਕਰਕੇ ਜਿਹੜਾ ਉਹ ਸ਼ੋਅ ਕਰ ਰਿਹਾ, ਵਿੱਚ ਹੀ ਲੇਬਰ ਮਾਰਕੀਟ ਆ, ਵਿੱਚ ਹੀ ਮੈਨੂਫੈਕਚਰਿੰਗ ਆ, ਵਿੱਚ ਹੀ S&P ਆ, ਕੰਜ਼ਿਊਮਰ ਸੈਂਟੀਮੈਂਟ ਆ। ਸੋ ਓਵਰਆਲ ਜਿਹੜਾ ਇੰਡੈਕਸ ਆ ਇਕਨੋਮੀ ਦੇ ਵਿੱਚ ਸਾਰਿਆਂ ਦੀ ਬਰਾਬਰ ਦੀ ਜਿਹੜਾ ਯੋਗਦਾਨ ਬਿਲਕੁਲ ਔਰ ਜ਼ਿਆਦਾ ਜ਼ਰੂਰੀ ਹੈ। ਔਰ ਖਾਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਪ੍ਰੋਬਲਮ, ਅੱਜ ਦੇ ਸਮੇਂ ਦੇ ਵਿੱਚ ਦੇਖੋ ਇਹ ਆ ਰਹੀ ਹੈ ਕਿ ਹੁਣ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਕਿ ਵਾਰਨ ਬਫੇ ਵੀ ਅੱਜ ਦੀ ਡੇਟ ਦੇ ਵਿੱਚ ਹੀ ਇਜ਼ ਕੰਸਰਨ ਨਾਟ ਇਨਵੈਸਟਿੰਗ ਇਨ ਦਿਸ ਮਾਰਕੀਟ, ਬਿਕਾਜ਼ ਅੱਜ ਦੀ ਮਾਰਕੀਟ, ਈਵਨ ਦੋ ਮਾਰਕੀਟ ਦੇ ਵਿੱਚ ਬੜਾ ਉਛਾਲ ਆਉਂਦਾ ਪਿਆ, but there is more gambling going on rather than the actual confidence in those companies and those products। ਤੁਸੀਂ ਦੇਖੋ ਜਿੱਦਾਂ ਜਿਹੜੀ ਗੈਂਬਲਿੰਗ ਦੀ ਜੇ ਆਪਾਂ ਗੱਲ ਕਰੀਏ ਤੇ ਜਦੋਂ ਐਲਾਨ ਵਾਸਤੇ ਨਵੀਂ IPO ਆਇਆ ਤੇ ਬੜੀ ਛੇਤੀ ਪ੍ਰਾਈਸ ਵੱਧ ਗਏ, ਔਰ ਅੱਜ ਦੀ ਡੇਟ ਤੇ ਦੇਖੋ ਕਿੱਥੇ ਪਹੁੰਚ ਗਏ ਨੇ।
ਸੋ ਡਾਊਨ ਹੋ ਗਿਆ। ਗੈਂਬਲਿੰਗ ਇਜ਼ ਅ ਹਿਊਜ ਫੈਕਟਰ, ਕਿਉਂਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਟੇਟਮੈਂਟ ਦਿੱਤੀ, ਉਸ ਬੇਸ ਤੇ ਗੈਂਬਲ ਕਰਕੇ ਲੋਕੀ ਪੈਸੇ ਇਨਵੈਸਟ ਕਰ ਦਿੰਦੇ ਨੇ, ਅਗਲੇ ਹਫਤੇ ਦੂਜੀ ਸਟੇਟਮੈਂਟ ਦਿੱਤੀ, ਲੋਕੀ ਮਾਰਕੀਟ 'ਤੇ ਪੈਸੇ ਵਿਡਰਾ ਕਰ ਲੈਂਦੀ ਹੈ। ਸੋ ਜੇ ਸਿਰਫ ਆਪਾਂ S&P ਦੇ ਕਰੀਏ ਔਰ ਅੱਜ ਦੀ ਡੇਟ ਦੇ ਵਿੱਚ ਕਰੀਏ, ਜੇ ਸਿਰਫ ਆਪਾਂ ਕੰਪਨੀਆਂ ਦੇ ਸਟਾਕ ਐਂਡ ਸ਼ੇਅਰਸ ਦੀ ਗੱਲ ਕਰੀਏ, ਤੇ that can be misleading, because ਤੁਸੀਂ ਇਕਨੋਮੀ ਨੂੰ ਪ੍ਰੈਡਿਕਟ ਸਿਰਫ ਜੂਏ ਦੇ ਬੇਸ ਤੇ, ਗੈਂਬਲ ਦੇ ਬੇਸ ਤੇ ਨਹੀਂ ਕਰਦੇ ਪਏ। ਇਨਫਲੇਟਡ ਵੈਲਿਊਜ਼ ਲੱਗਦੀਆਂ ਇਸ ਟਾਈਮ ਸਟਾਕ ਮਾਰਕੀਟ ਦੀਆਂ। ਆਫ ਕੋਰਸ, ਕਿਉਂਕਿ ਮਤਲਬ ਬਾਕੀ ਆਪਾਂ ਛੱਡੋ, ਓਵਰਆਲ ਆਪਾਂ ਜੇ ਆਪਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਈਏ, ਬਿਕੋਜ਼ ਹਰ ਕੰਪਨੀ ਦੇ ਆਪਣੇ ਪ੍ਰੋ ਐਂਡ ਕੌਨਸ ਤੇ ਉਹਨਾਂ ਦੇ ਆਪਣੇ ਡਿਫਰੈਂਟ ਪੈਰਾਮੀਟਰਸ ਹੁੰਦੇ ਨੇ। ਕੰਪਨੀ ਦੀ ਜਿਹੜਾ ਪ੍ਰੋਡਕਟ ਆ ਉਹਦੀ ਕਿੰਨੀ ਡਿਮਾਂਡ ਹੈ, ਸਰਵਿਸਿਜ਼ ਦੀ ਕਿੰਨੀ ਡਿਮਾਂਡ ਹੈ, ਲੀਡਰਸ਼ਿਪ ਕੀ ਹੈ, ਉਹਨਾਂ ਦੇ ਪ੍ਰੋਜੈਕਸ਼ਨਸ ਕੀ ਨੇ। ਪਰ ਜੇ ਸਿੰਪਲ ਰੂਲ ਵੀ ਆ, ਰੂਲ ਆਫ ਥੰਬ ਲਈਏ ਕਿ SpaceX ਦਾ ਆਪਾਂ ਦੇਖੀਏ ਕਿ ਜਦੋਂ ਸਟਾਕ ਆਇਆ ਤਾਂ ਕਿੱਥੇ ਗਿਆ ਸੀ ਤੇ ਅੱਜ ਕਿੱਥੇ ਹੈ, ਐਂਡ ਕੰਟੀਨਿਊਸਲੀ ਉਹ ਡਾਊਨਫਾਲ ਤੇ ਹੈਗਾ। ਰੀਜ਼ਨ ਬੀਇੰਗ ਇਹ, ਨਾ ਤੇ ਇਹਨੇ ਦਿਨਾਂ ਦੇ ਵਿੱਚ ਕੰਪਨੀ ਦੇ ਵਿੱਚ ਕੋਈ ਮੇਜਰ ਇੰਪੈਕਟਸ ਪਏ ਨੇ, ਨਾ ਉੱਥੇ ਕੋਈ ਲੀਡਰਸ਼ਿਪ ਚੇਂਜ ਹੋਈ ਹੈ, ਨਾ ਉੱਥੇ ਕੋਈ ਡਰਾਸਟਿਕ ਉਹਨਾਂ ਦੀ ਪ੍ਰੋਡਕਸ਼ਨ ਕੱਟ ਡਾਊਨ ਹੋਈ ਹੈ, ਨਾ ਕੋਈ ਡਿਮਾਂਡ ਘੱਟ ਹੋਈ ਹੈ। ਜਸਟ ਬਿਕੋਜ਼ ਇਟ ਇਜ਼ ਇਨਫਲੇਟਡ, ਇਟ ਇਜ਼ ਜਸਟ ਪਿਓਰਲੀ ਬੇਸਿਸ ਔਨ ਗੈਂਬਲ ਕਿ ਅੱਜ ਲੈ ਲਈਏ, ਮਾਰਕੀਟ ਦੇ ਵਿੱਚ ਪੈਨਿਕ ਕ੍ਰੀਏਟ ਕਰ ਦਿੱਤਾ, ਉਹ ਮਾਰਕੀਟ ਦੀ ਪੈਨਿਕ ਕ੍ਰੀਏਟ ਕਰਨ ਨਾਲ ਰੇਟ ਵੱਧ ਜਾਂਦੇ ਨੇ, ਔਰ ਮਾਰਕੀਟ ਦੀ ਪੈਨਿਕ ਕ੍ਰੀਏਟ ਨਾਲ ਰੇਟ ਘਟ ਜਾਂਦੇ ਨੇ। ਸੋ ਆਪਾਂ ਅੱਜ ਦੀ ਡੇਟ ਦੇ ਵਿੱਚ ਉਹੀ ਕਹਿ ਰਹੇ ਨੇ ਕਿ ਤੂੰ ਟੋਟਲੀ ਇਸ ਮਾਰਕੀਟ ਦੇ ਉੱਤੇ ਦਿਸ ਇਜ਼ ਅ ਵੈਰੀ ਵੋਲੇਟਾਈਲ ਮਾਰਕੀਟ। ਜਿੱਦਾਂ ਇੱਕ ਵਾਰੀ ਪਿਛਲੀ ਵਾਰ ਵੀ ਹੋਇਆ ਸੀ, ਘਰਾਂ ਦੀ ਮਾਰਕੀਟ ਬਹੁਤ ਵੱਧ ਗਈ ਸੀ ਪ੍ਰੀ ਸਬ ਪ੍ਰਾਈਮ ਦੇ ਵਿੱਚ 2008 ਦੇ ਵਿੱਚ, ਜਸਟ ਬਿਕੋਜ਼ ਸਾਰੇ ਪਾਸੇ ਇਦਾਂ ਦਾ এনवायरमेंट ਕ੍ਰੀਏਟ ਕਰ ਦਿੱਤਾ ਗਿਆ ਸੀ ਕਿ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੈਂਡਿੰਗ ਇਜ਼ੀ ਕਰ ਦਿੱਤੀ ਸੀ। ਸੋ ਇਹੀ ਚੱਲਦਾ ਪਿਆ ਅੱਜ ਸਟਾਕਸ ਦੇ ਵਿੱਚ, ਬਿਕੋਜ਼ ਫਰਮ ਟਾਪ to down, everyone want to make quick money just by gambling. So ਇਹ ਥੋੜਾ ਜਿਹਾ ਇਸ ਚੀਜ਼ ਨਾਲ ਕੇਅਰਫੁਲ ਰੌਲਾ ਰੱਪਾ ਜਿਹੜਾ ਉਹ ਜ਼ਿਆਦਾ ਆ, ਸਬਸਟੈਂਸ ਘੱਟ ਆ। ਸੋ ਐਗਜ਼ੈਕਟਲੀ ਤੁਸੀਂ SpaceX ਦਾ ਜਿਹੜਾ ਕਿਹਾ 25% ਡਾਊਨ ਆ ਜਿੱਦਾਂ ਤੋਂ ਸ਼ੁਰੂ ਹੋਇਆ ਆ। ਬਿਲਕੁਲ, ਕਿਉਂਕਿ ਦੇਖੋ ਨਾ ਜੌਬ ਜਿਹੜੀ ਮਾਰਕੀਟ ਨੇ, ਜੌਬ ਮਾਰਕੀਟ ਇਜ਼ ਸਟਿਲ ਸਲੋਇੰਗ ਡਾਊਨ। ਇਟਸ ਆਫ ਕੋਰਸ ਬਿਲਕੁਲ ਬੰਦ ਨਹੀਂ ਹੋਈ, ਪਰ ਜਿੰਨੀਆਂ ਜੌਬਸ ਜਿੰਨੀਆਂ ਹੋਣੀ ਚਾਹੀਦੀਆਂ ਹਨ, ਜਿਹੜਾ ਡੇਟਾ ਆ ਰਿਹਾ ਪੇਰੋਲ ਦਾ, ਇਨਕਮ ਦਾ, ਪ੍ਰੋਡਕਸ਼ਨ ਦਾ, ਤੇ ਉਹ ਜੂਨ ਦਾ ਹੈਗਾ, still based on that market system still suggests you that you should keep 3 to 6 months of ਜਿਹੜੇ ਆਪਣੇ expenses ਦਾ ਜਿਹੜਾ ਤੁਸੀਂ emergency fund ਬਣਾ ਕੇ ਰੱਖੋ, because you don't know ਕਿ at what time your business can affect ਜਾਂ ਤੁਹਾਡੀ job can get affected। ਤੇ ਇਹ ਚੀਜ਼ਾਂ ਜਿਹੜੀਆਂ ਨੇ that also impacts ਜਿਹੜੀਆਂ ਨੇ ਤੁਹਾਡੀਆਂ consumer confidence ਦੇ ਵਿੱਚ ਕਿ job market ਔਰ ਅੱਜ ਦੀ ਡੇਟ ਦੇ ਵਿੱਚ ਥਰੂ ਆਊਟ, ਚਾਹੇ ਉਹ ਬੇ ਏਰੀਆ ਦੇ ਵਿੱਚ IT ਦੀ ਜੌਬਸ ਹੈਗੀਆਂ ਨੇ, ਇਨ ਸਰਟਨ ਸੈਕਟਰਸ ਛੱਡ ਕੇ ਮੈਜੋਰਿਟੀ ਜਿਹੜੀ ਜੌਬਸ ਨੇ ਦੇ ਆਰ AI ਦੇ ਕਰਕੇ ਬਹੁਤ ਵੱਡਾ ਰਿਸਕ ਆ। ਲਾਈਕ ਈਵਨ ਕੰਪਨੀਜ਼ ਡੋਂਟ ਨੋ। ਉਹ ਜਿੱਦਾਂ ਆਪਾਂ ਦੇਖਿਆ ਸੀਗਾ ਵੀ ਕੋਵਿਡ ਦੇ ਦੌਰਾਨ ਐਕਸਟਰਾ ਹਾਇਰਿੰਗ, ਉਹੀ ਨਵਾਂ ਪ੍ਰੋਜੈਕਟ ਹੁੰਦੇ ਹੋਏ ਵੀ ਮੂੰਹ ਚੱਕ ਕੇ ਚਲੋ ਬੰਦੇ ਬਹੁਤ ਹਾਇਰ ਕੀਤੇ, ਹੁਣ ਉਹੀ ਲੇ ਆਫ ਵੀ ਕਰਨੇ ਪੈ ਰਹੇ ਆ। AI ਦੇ ਕਰਕੇ ਵੀ ਜਿਹੜੀ ਉਹ ਤੜਥੱਲੀ ਮਚੀ ਪਈ ਆ। AI ਰੋਗ ਨਾ ਹੋ ਜੇ, ਹੁਣ ਉਹਦਾ ਰੌਲਾ ਵੱਖਰਾ ਚੱਲਦਾ ਆ, ਤੇ ਉਤੋਂ ਉਹ ਜੌਬਸ ਜਿਹੜੀ ਉਹ ਖਾ ਰਹੀ ਆ। ਕੁਝ ਪੈਦਾ ਵੀ ਹੋ ਰਹੀਆਂ, ਨਹੀਂ ਵੀ ਉਹ ਨਹੀਂ ਹੁੰਦੀਆਂ, ਬਟ ਦੇਰ ਇਜ਼ ਸੋ ਮਚ ਅਨਸਰਟਨਿਟੀ ਜਿਹੜੀ ਇਸ ਟਾਈਮ ਫੈਲੀ ਹੋਈ ਆ। ਬਿਲਕੁਲ। ਘਰਾਂ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਸੀਗੇ ਵੀ ਹੁਣ ਵੈਲਿਊਜ਼ ਤਾਂ ਉਹਨਾਂ ਦੀਆਂ ਜਿਹੜੀਆਂ ਘਟ ਰਹੀਆਂ। ਜਿੱਥੇ ਮੈਂ ਰਹਿੰਦਾ ਆ ਨਿਰਮਲ ਮਾਨ ਜੀ, ਉੱਥੇ ਇੱਕ ਘਰ ਲੱਗਾ ਆ, ਉਹਨੂੰ ਆਲਰੇਡੀ ਉਹਨੇ $1 ਲੱਖ ਪ੍ਰਾਈਸ ਘਟਾਤੀ ਆਪਣੀ। ਅੱਛਾ ਜੀ। ਸੋ ਦੇ ਹੈਡ ਟੂ ਜਿਹੜਾ ਉਹ ਡੂ ਇਟ, ਅਦਰਵਾਈਜ਼ ਤਾਂ ਗੱਲ ਹੀ ਨਹੀਂ ਸੀ ਬਣ ਰਹੀ। ਦੂਜੀ ਗੱਲ ਦੇਖੋ ਨਾ ਰਾਜਗੁਰੂ, ਸੌਰੀ ਟੂ ਇੰਟਰਪਟ ਯੂ, ਮੈਂ ਕਿਹਾ ਦੂਜੀ ਗੱਲ ਦੇਖੋ, ਵੱਡੀ ਗੱਲ ਇਸ ਟਾਈਮ ਮਾਰਕੀਟ ਦੇ ਵਿੱਚ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਸਮਰ 'ਚ ਬੈਠੇ ਆ, ਪੀਕ ਆਫ ਸਮਰ, ਜਿੱਥੇ ਹਾਈਐਸਟ ਡਿਮਾਂਡ ਹੁੰਦੀ ਹੈ ਜਦੋਂ ਮੂਵ ਕਰਦੇ ਪਏ ਨੇ, ਆਲ ਦਾ ਵੇ ਟੂ ਐਂਡ ਆਫ ਐਟਲੀਸਟ ਮਿਡ ਆਫ ਅਗਸਤ, ਐਂਡ ਆਫ ਅਗਸਤ ਡਿਮਾਂਡ ਆਈ ਹੁੰਦੀ ਹੈ। ਔਰ ਅੱਗੇ ਤੁਸੀਂ ਦੇਖੋ ਜੇ ਇਹੀ ਟ੍ਰੈਂਡ ਚੱਲਦਾ ਰਿਹਾ ਹੋਰ ਅਗਲੇ 5-6 ਮਹੀਨੇ, ਸੋ ਚੀਜ਼ਾਂ ਖਰਾਬ ਹੋਣੀਆਂ ਨੇ। ਉਹਨੇ ਦੇਖੋ ਜਿਹਨੂੰ ਤਾਂ ਜ਼ਰੂਰਤ ਆ ਘਰ ਦੀ, ਉਹਨੇ ਤਾਂ ਲੈਣਾ ਹੀ ਲੈਣਾ। ਹੁਣ ਈਵਨ ਜਿਹੜੀ ਤੁਸੀਂ ਗੱਲ ਸ਼ੋਈ ਇਸ ਦੇ ਵਿੱਚ ਵੀ, ਈਵਨ ਜਿਹੜੇ 2% 3% ਵਾਲੇ, ਉਹਨਾਂ ਨੂੰ ਵੀ ਜੇ ਘਰ ਵੇਚਣਾ ਪੈ ਰਿਹਾ, there is something else going on। ਇਹ ਅੰਡਰਸਟੈਂਡ ਕਰਨ ਦੀ ਲੋੜ ਆ ਵੀ ਰੀਜ਼ਨ ਕੀ ਆ, ਵੀ ਇੰਨੇ ਲੋ ਇੰਟਰਸਟ ਰੇਟ ਦੇ ਉੱਤੇ ਵੀ ਕਿਉਂ ਲੋਕਾਂ ਨੂੰ ਘਰ ਜਿਹੜੇ ਉਹ ਵੇਚਣੇ ਪੈ ਰਹੇ ਆ। ਤੁਸੀਂ ਕੋਈ ਵੀ ਵੈਬਸਾਈਟ ਤੇ ਚਲ ਜਾਓ ਜਿੱਥੇ ਘਰ ਸੇਲ ਤੇ ਲੱਗਦੇ ਆ, ਯੂ ਕੈਨ ਸੀ ਉੱਥੇ ਰੈੱਡ ਡਾਟਸ ਕਿੰਨੀਆਂ, ਸਾਰੇ ਵਿਕਣ ਦੇ ਉੱਤੇ ਕਿੱਦਾਂ ਲੱਗੇ ਹੋਏ ਆ। ਮਤਲਬ ਕਈ ਐਸੀਆਂ ਵੈਬਸਾਈਟਸ ਨੇ ਜਾਂ ਐਸੇ ਪੋਰਟਲਸ ਨੇ ਜਿੱਥੇ ਤੁਸੀਂ ਫੋਰਕਲੋਜ਼ਰ ਜਿਹੜੇ ਘਰ ਸਿੱਧੇ ਡਾਇਰੈਕਟਲੀ ਖਰੀਦ ਸਕਦੇ ਹੋ, ਆਲ ਦਾ ਵੇ ਫਰਮ HUD ਟੂ ਅਦਰਸ ਪ੍ਰਾਈਵੇਟ ਕੰਪਨੀਜ਼। ਹਰ ਥਾਂ ਹੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ, ਐਵਰੀ ਸਿੰਗਲ ਮੰਥ ਥਰੂ ਆਊਟ ਆਲ ਸਟੇਟਸ,
almost all state with maybe 1 or 2 exceptions. Foreclosure ਵੱਧਦੇ ਪਏ ਨੇ, ਡਿਫਾਲਟਸ ਵੱਧਦੇ ਪਏ ਨੇ, ਕ੍ਰੈਡਿਟ ਕਾਰਡ ਦੀ ਪੇਮੈਂਟ ਕਰ ਦਿਓ, ਆਲਮੋਸਟ 50% ਲੋਕ ਜਿਹੜੇ ਨੇ ਆਪਣੇ ਕ੍ਰੈਡਿਟ ਕਾਰਡ ਦੇ ਉੱਤੇ ਮਿਨੀਮਮ ਜਿਹੜਾ ਬੈਲੈਂਸ ਹੈ ਹਰ ਮਹੀਨੇ ਕੈਰੀ ਕਰਦੇ ਪਏ ਨੇ। ਉਹਦਾ ਮਤਲਬ ਇਹ ਹੁੰਦਾ ਕਿ ਯੂ ਕੈਨ ਅਫੋਰਡ ਜਿਹੜਾ ਤੁਸੀਂ ਪੈਸਾ ਬੋਰੋ ਕੀਤਾ ਤੁਸੀਂ ਉਹ ਵੀ ਪੇ ਨਹੀਂ ਕਰ ਸਕਦੇ। ਜਨਰਲੀ ਤੇ ਮੈਂ ਇਹੀ ਕਹਿਣਾ ਹੁੰਦਾ ਹਮੇਸ਼ਾ ਕ੍ਰੈਡਿਟ ਕਾਰਡ ਦੇ ਬਾਰੇ ਕਿ ਜੇ ਤੁਸੀਂ ਕ੍ਰੈਡਿਟ ਕਾਰਡ ਬੋਰੋ ਕਰਦੇ ਹੋ ਤੇ ਜਿੰਨਾ ਤੁਹਾਡਾ ਹੈਗਾ ਮੰਥਲੀ ਤੁਸੀਂ ਉਹਨੂੰ ਪੇ ਕਰੋ। ਤੇ ਓਵਰਆਲ ਦੇਖੋ ਆ ਜਿਹੜਾ ਹੈਗਾ ਕਿ ਆ ਸਟੇਟਸ ਨੇ ਜਿਹਦੀ ਵਿਦ ਦਾ ਹਾਈਐਸਟ ਟੌਪ 10 ਸਟੇਟਸ ਵਿਦ ਦਾ ਹਾਈਐਸਟ ਕ੍ਰੈਡਿਟ ਕਾਰਡ ਬੈਲੈਂਸ। ਔਰ ਦਿਸ ਇਜ਼ ਦਾ ਡਿਫਰੈਂਸ ਪਿਛਲੇ ਸਾਲ ਦੇ Q2 ਤੋਂ Q3 ਤੋਂ। ਸੋ ਜੇ ਆਪਾਂ ਗੱਲ ਕਰੀਏ ਕਨੈਟੀਕਟ ਦੀ ਵਿਦ ਦਾ ਹਾਈਐਸਟ ਵਨ, ਪਰ ਪਿਛਲੇ ਸਾਲ ਨਾਲ ਆਲਮੋਸਟ 5% ਹਾਇਰ ਹੈ। ਆਪਣੀ ਜੇ ਕੈਲੀਫੋਰਨੀਆ ਦੀ ਸਟੇਟ ਗੱਲ ਕਰੀਏ ਸੋ ਇੰਨਾ ਹਾਇਰ ਨਹੀਂ ਹੈਗਾ 2.2 ਬਿਕਾਜ਼ ਅਸੀਂ ਪਿਛਲੇ ਸਾਲ ਵੀ ਕ੍ਰੈਡਿਟ ਕਾਰਡ ਦਾ ਡੈਟ ਜਿਹੜਾ ਜ਼ਿਆਦਾ ਕੈਰੀ ਕਰਦੇ ਪਏ ਹਾਂ ਤੇ ਉਹਦੇ ਨਾਲੋਂ ਵਧਿਆ ਹੀ ਹੈ, ਘਟਿਆ ਨਹੀਂ ਹੈ। ਵਧਿਆ ਪਰ ਇੱਥੇ ਘੱਟ ਵਧਿਆ, ਕਈ ਸਟੇਟਾਂ ਵਿੱਚ ਤੇ ਆਲਰੇਡੀ ਬਹੁਤ ਜ਼ਿਆਦਾ ਸੀ। ਹੁਣ ਕਈ ਸਟੇਟਾਂ ਜਿੱਥੇ ਆਈਆਂ ਨੇ, ਮੰਨ ਲਓ ਮੈਰੀਲੈਂਡ ਦੇ ਵਿੱਚ ਆਲਮੋਸਟ 10% ਪਹੁੰਚਿਆ ਹੋਇਆ। ਟੈਕਨੀਕਲੀ ਪੀਪਲ ਵਾਂਟ ਸਫਰਿੰਗ ਦੈਟ ਬੈਡ ਲਾਸਟ ਈਅਰ ਜਿੰਨਾ ਅੱਜ ਦੀ ਡੇਟ ਤੇ ਸਫਰ ਕਰਦੇ ਪਏ ਨੇ। ਮੈਰੀਲੈਂਡ ਦਾ ਚਲੋ ਇੱਕ ਇਦਾਂ ਦਾ ਵੀ ਏਰੀਆ ਹੈਗਾ ਕਿ ਜਿੱਥੇ ਆਪਾਂ ਲਾਸਟ ਈਅਰ ਦੀ ਆਪਾਂ ਪਿਛਲੇ 2 ਸਾਲਾਂ ਦੀ ਗੱਲ ਕਰੀਏ ਕਿ 2 ਸਾਲਾਂ ਦੇ ਵਿੱਚ ਜਿਹੜਾ ਸਾਲ 1.5 ਸਾਲ ਦੇ ਵਿੱਚ ਮੈਰੀਲੈਂਡ ਜਿਹੜਾ ਏਰੀਆ DC ਦੇ ਲਾਗੇ ਪੈਂਦਾ, ਜਿੱਥੇ ਕਾਫੀ ਲੋਕ ਨੇ ਜਿਹੜੇ ਮੇਜਰਲੀ ਉਹ ਗਵਰਨਮੈਂਟ ਜੌਬ ਬੇਸਡ ਜਾਂ ਉਦਾਂ ਦੇ ਰਹਿੰਦੇ ਆ, ਫੈਡਰਲ ਜੌਬ ਕਰਦੇ ਹਨ, ਜਿਨ੍ਹਾਂ ਨੂੰ ਲੇ ਆਫ ਕਰ ਦਿੱਤਾ ਜਾਂ ਫੈਡਰਲ ਜੌਬ ਜੇ ਡਾਇਰੈਕਟਲੀ ਫੈਡਰਲ ਜੌਬ ਨਹੀਂ ਵੀ ਕਰਦੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫੈਡਰਲ ਜੌਬ ਸਿਸਟਮ ਨੂੰ ਸਪੋਰਟ ਕਰਦੇ ਹਨ। ਸੋ ਉਹਨਾਂ ਨੂੰ ਜ਼ਿਆਦਾ ਇੰਪੈਕਟ ਪਿਆ। ਕੈਲੀਫੋਰਨੀਆ ਦਾ ਜਿਹੜਾ ਇੰਪੈਕਟ ਹੈ ਥੋੜਾ ਜਿਹਾ ਇੱਕ ਤਰ੍ਹਾਂ ਦਾ ਆਫਸੈਟ ਵੀ ਹੋਇਆ ਕਿਉਂਕਿ ਟਰੱਕਿੰਗ ਇੰਡਸਟਰੀ ਜਿਹੜੀ ਹੈ ਥੋੜੀ ਜਿਹੀ ਰਿਵਾਈਵ ਕਰਦੀ ਪਈ ਹੈ। ਸੋ ਅੱਜ ਦਾ ਅੱਗੇ ਗੱਲ ਕਰ ਰਹੇ ਹਾਂ ਕਿ ਮੈਜੋਰਿਟੀ ਜਿਹੜੇ ਬੈਲੈਂਸ ਕਰਦੇ ਪਏ ਨੇ 45। ਸੋ ਆਲਮੋਸਟ ਅੱਧਾ ਇਸ ਟਾਈਮ ਹਰ ਦੂਜਾ ਬੰਦਾ ਜੇ ਤੁਸੀਂ ਸੜਕ ਤੇ 2 ਬੰਦੇ ਵੇਖਦੇ ਹੋ ਤੁਹਾਨੂੰ ਇਹ ਐਟਲੀਸਟ ਇਹਨਾਂ 'ਚ ਇੱਕ ਬੰਦਾ ਇਹ ਹੈ ਕਿ ਜਿਹੜਾ ਆਪਣੇ ਕ੍ਰੈਡਿਟ ਕਾਰਡ ਦਾ ਜਿਹੜਾ ਪੂਰਾ ਫੁੱਲੀ ਪੇ ਆਫ ਨਹੀਂ ਕਰ ਸਕਦਾ। ਸੋ ਥਿੰਗਸ ਆਰ ਲਿਟਲ ਟਾਈਟ। ਔਰ ਜੇ ਤੁਸੀਂ ਓਵਰਆਲ ਬੈਲੈਂਸ ਦੇਖੋ 2008 ਤੋਂ ਲੈ ਕੇ ਤਾਂ 2026 ਤੋਂ ਤੇ ਉੱਪਰ ਨੂੰ ਹੀ ਜਾ ਰਿਹਾ, ਲਗਾਤਾਰ ਉੱਪਰ ਨੂੰ ਜਾ ਰਿਹਾ। ਤੇ 1300 ਯਾਨੀ ਕਿ $1.3 ਟ੍ਰਿਲੀਅਨ ਟੱਚ ਕਰ ਗਏ ਆ। ਐਗਜ਼ੈਕਟਲੀ। ਸੋ ਦਿਸ ਇਜ਼ ਸੋ ਇਹ ਇਟਸ ਨਾਟ ਗੈਟਿੰਗ ਐਨੀ ਬੈਟਰ। ਤੇ ਇਹ 2 ਗੱਲਾਂ ਨੇ। ਔਰ ਬਾਕੀ ਵੀ ਆਪਾਂ ਗੱਲ ਕਰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹਦਾ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਟ੍ਰਿਮਿੰਗ ਜੇ ਅੰਟਿਲ ਦੇ ਫਿਕਸ ਇਟ ਉਹਦੇ ਜਿਹੜੇ ਬੈਨੀਫਿਟਸ ਨੇ ਉਹ ਘੱਟ ਮਿਲਣੇ ਨੇ। ਹੁਣ ਹੁੰਦਾ ਕੀ ਹੈ ਕਿ ਆਪਾਂ ਦ ਡੇ ਵੀ ਲਿਵ ਵੀ ਥਿੰਕ ਕਿ ਆਪਣੀ ਲਾਈਫ ਇਦਾਂ ਹੀ ਚੱਲੀ ਜਾਣੀ ਹੈ, ਹੋਪਫੁਲੀ ਸਭ ਦੀ ਚੱਲੀ ਵੀ ਜਾਏ। ਬਟ ਐਵਰੀ ਡੇ ਵੀ ਗੈਟਿੰਗ ਓਲਡ, ਰਿਸੋਰਸਿਸ ਗੈਟਿੰਗ ਡਿਪਲੀਟਡ, ਦੇਰ ਮੋਰ ਪੀਪਲ ਇਨ ਦ ਮਾਰਕੀਟ। ਸੋ ਆਪਾਂ ਨੂੰ ਜਿੱਦਾਂ ਮੈਂ ਕਹਿੰਦਾ ਕਿ 2 ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਤਾਂ ਆਪਣੀ ਆਉਣ ਵਾਲੇ ਫਿਊਚਰ ਦੇ ਵਾਸਤੇ ਪਹਿਲਾਂ 3 ਤੋਂ 6 ਮਹੀਨੇ ਤੁਹਾਡੀ ਜਿਹੜੀ ਨੇ ਆਪਣੇ ਇੱਕ ਰਿਜ਼ਰਵ ਫੰਡ ਹੋਣਾ ਚਾਹੀਦਾ ਕਿ ਜੇ 3-4 ਮਹੀਨੇ ਤੁਹਾਨੂੰ ਜੌਬ ਨਾ ਮਿਲੇ ਜਾਂ ਤੁਹਾਡੀ ਸਿਚੁਏਸ਼ਨ ਖਰਾਬ ਹੋਏ ਯੂ ਕੈਨ ਸਸਟੇਨ ਥਰੂ ਦੈਟ ਬਿਕਾਜ਼ 3 ਤੋਂ 6 ਮਹੀਨੇ ਜੇ ਨਹੀਂ ਮਿਲਦੀ ਤਾਂ ਦੈਨ ਯੂ ਹੈਵ ਟਾਈਮ ਟੂ ਪਲਾਨ। ਉਹਦੇ ਬਾਅਦ ਮੋਸਟ ਇੰਪੋਰਟੈਂਟ ਬਿਕਾਜ਼ ਜੇ ਤੁਸੀਂ ਇਸ ਟਾਈਮ 30 ਸਾਲ ਦੇ ਹੈਗੇ ਹੋ, ਜੇ 20 ਸਾਲ ਦੇ ਹੋ ਤਾਂ ਨਥਿੰਗ ਲਾਈਕ ਇਟ। 20 ਸਾਲ ਦੇ ਹੈਗੇ ਤੁਸੀਂ ਅੱਜ ਸੇਵਿੰਗ ਕਰਨ ਲੱਗਦੇ $200 ਵੀ ਕਰਨ ਲੱਗ ਪੈਂਦੇ ਹੋ ਬਾਈ ਦਾ ਟਾਈਮ ਯੂ 65 ਯੂ ਹੈਵ 20 ਸਾਲ ਵਾਲੇ ਕੋਲ $200 ਹੀ ਨਹੀਂ ਹੈਗਾ। ਐਗਜ਼ੈਕਟਲੀ ਰਿਐਲਿਟੀ ਆ। ਬਿਲਕੁਲ ਉਹਨੂੰ ਜੌਬ ਕਿੰਨੇ ਦੇਣੀ ਆ, ਕਿੱਥੇ ਮਿਲ ਰਹੀ ਉਹਨਾਂ ਨੂੰ ਜੌਬ। ਐਗਜ਼ੈਕਟਲੀ। ਔਰ ਚਲੋ 30 ਸਾਲ ਦੇ ਤੁਸੀਂ 300 ਗੱਲ ਕਰ ਲਓ। ਜੇ ਆਪਾਂ 30 ਸਾਲ ਦੇ ਵਿੱਚ ਫੈਕਟਰ ਨਹੀਂ ਕਰਦੇ ਯਾਰ $300 ਨਾਲ ਕੀ ਹੋਣਾ, ਬਟ ਦੈਟ ਗੋਜ਼ ਲੌਂਗ ਵੇ। ਆਈ ਥਿੰਕ ਗਵਰਨਮੈਂਟਸ ਜਿਹੜਾ ਵੈਸਟਰਨ ਵਰਲਡ ਹੈਗਾ ਹੀ ਇਹ ਬਹੁਤ ਸਪੋਰਟ ਕਰਦਾ ਪਿਆ। ਅਜੇ ਵੀ ਮੋਰ ਲੈਸ ਜੇ ਆਪਾਂ ਬਾਕੀ ਕੰਟਰੀ ਵੈਸਟਰਨ ਵਰਲਡ ਨੂੰ ਕਰੀਏ ਤਾਂ ਸਪੋਰਟ ਕਰਦਾ ਪਿਆ। ਪਰ ਸਮਹਾਉ ਜਿਹੜੀ ਇਹ ਸਪੋਰਟ ਸਿਸਟਮ ਹੀ ਜਦੋਂ ਖਾਸ ਕਰਕੇ ਬਿਗ ਐਂਡ ਬਿਊਟੀਫੁਲ ਬਿੱਲ ਆਇਆ ਜਾਂ ਜਿੰਨੀ ਵਾਰ ਵੀ ਰਿਪਬਲਿਕਨ ਗਵਰਨਮੈਂਟਸ ਆਈਆਂ ਨੇ ਜਿੰਨੀ ਵਾਰ ਵੀ ਤਾਂ ਮੇਜਰ ਟੂ ਟੈਕਸ ਕੱਟ। ਔਰ ਟੈਕਸ ਕੱਟ ਜਿਹੜਾ ਟੈਕਸ ਕੱਟ ਕਰਨਾ ਵੱਡਾ ਬਿਲੀਅਨਰਸ ਦਾ, ਉਹਨਾਂ ਰੈਵਨਿਊ ਰਿਪਲੇਸ ਕਿੱਥੋਂ ਕਰਨਾ? ਉਹਨਾਂ ਰਿਪਲੇਸ ਆਮ ਪਬਲਿਕ ਆਮ ਜਨਤਾ ਕੋ ਕਰਨਾ। ਔਰ ਜਦੋਂ ਰਿਪਲੇਸ ਹੋਣਾ ਤੇ ਉਹਨਾਂ ਦੀ ਜਿਹੜੀ ਸੇਵਿੰਗਸ ਡਿਪਲੀਟ ਹੋਣੀ ਹੈ, ਉਹਨਾਂ ਦੀ ਪੈਨਸ਼ਨ ਡਿਪਲੀਟ ਹੋਣੀ ਹੈ। ਸੋ ਆਈ ਥਿੰਕ ਜੇ ਸਿਸਟਮ ਜੇ ਕੋਈ ਬੰਦਾ ਬੈਠਾ ਕਿ ਮੈਂ ਟੋਟਲੀ ਸੋਸ਼ਲ ਸਿਕਿਉਰਿਟੀ ਤੇ ਸਰਵਾਈਵ ਕਰ ਲਾਂਗਾ ਉਹਦੇ ਆਉਣ ਵਾਸਤੇ ਕਰ ਵੀ ਲਓ ਬੈਟਰ ਹੈ। ਦੇਰ ਇਜ਼ ਨਥਿੰਗ ਟੂ ਵਰੀ ਅਬਾਊਟ ਜੇ ਤੁਹਾਡੇ ਕੋਲ ਐਕਸਟਰਾ ਪੈਸੇ ਆਪਣੀ ਤੁਸੀਂ ਆਪਣਾ ਪਲਾਨਿੰਗ। ਸੋ ਇਸੇ ਕਰਕੇ ਮੈਂ ਜੋ ਕ੍ਰੈਡਿਟ ਕਾਰਡ ਦੀ ਵੀ ਗੱਲ ਕਰਦਾ ਹੁੰਦਾ ਮੈਂ ਇਹੀ ਕਹਿੰਦਾ ਹੁੰਦਾ ਕਿ ਜਿਹੜਾ ਤੁਸੀਂ ਹਰ ਮਹੀਨੇ ਗੁੱਡ ਮਨੀ ਗੋਇੰਗ ਆਫਟਰ ਬੈਡ, ਤੁਸੀਂ ਹਰ ਮਹੀਨੇ ਇੰਨੇ ਪੈਸੇ $1000 ਓਵਰ ਦਾ ਈਅਰਸ $ਲੱਖਾਂ ਇਨ ਸਰਟਨ ਕੇਸਿਸ ਆਈਵ ਸੀਨ ਮਿਲੀਅਨਸ ਆਫ ਡਾਲਰਸ ਜਸਟ ਗੋਇੰਗ ਇਨ ਇੰਟਰਸਟ ਪੇਮੈਂਟਸ। ਜੇ ਤੁਸੀਂ ਉਹਨੂੰ ਪ੍ਰੋਪਰਲੀ ਉਹਨੂੰ ਮੈਨੇਜ ਕਰਕੇ ਸੈਟਲ ਕਰਕੇ ਐਂਡ ਔਰ ਅੱਜ ਦੀ ਡੇਟ ਦੇ ਵਿੱਚ ਵੀ ਇਹ 'ਚ ਵੀ ਇੱਕ ਮੇਜਰ ਇੰਡੈਕਸ ਹੈ ਜਿਹੜਾ ਇੰਡੈਕਸ ਤੇ ਜਿਹੜਾ ਮੇਜਰ ਕੰਸਰਨ ਆਉਂਦਾ ਪਿਆ ਲੋਕਾਂ ਦੇ ਵਿੱਚ। That is the same thing, people have a huge number of credit card debt ਔਰ ਜਿਨ੍ਹਾਂ ਦੀ ਡੈਟ ਦੀ ਉੱਤੇ ਜਿਹੜੀ ਇੰਟਰਸਟ ਰੇਟ ਹੈ 22% ਤੋਂ 21-22% ਸ਼ੁਰੂ ਹੁੰਦਾ ਪਿਆ। ਸੋ ਆਲਸੋ ਨੀਡ ਟੂ ਟੈਕਲ ਦੈਟ। ਜਿਹੜਾ ਵੀ ਤੁਸੀਂ ਖਰਚੇ ਓਵਰਆਲ ਘਟਾ ਸਕਦੇ ਹੋ, ਜਸਟ ਬੀ ਸੇਫ।
ਹੋ ਜ਼ਰੂਰੀ ਨਹੀਂ ਕਿ ਆਪਾਂ ਨੂੰ ਅਗਲੇ 6 ਮਹੀਨਿਆਂ 'ਚ ਜਾਂ ਸਾਲ 'ਚ ਜਾਂ 2 ਸਾਲ 'ਚ ਹਨੇਰੀ ਆ ਜਾਏ, ਪਰ ਜੇ ਕਿਤੇ ਹਨੇਰੀ ਆ ਜਾਏ ਜਾਂ ਸੁਨਾਮੀ ਆ ਜਾਏ, ਵੀ ਸ਼ੁੱਡ ਬੀ ਪ੍ਰੀਪੇਅਰਡ। ਆਪਾਂ ਥੋੜਾ ਰੈਡੀ ਨੀਚੇ ਰਹਿਣਾ ਚਾਹੀਦਾ। ਥੋੜਾ ਸ਼ੈਲਟਰ ਲੈ ਲਈਏ। ਨਹੀਂ ਆਉਂਦੀ ਤੇ ਨਥਿੰਗ, ਨੋ ਹਾਰਮ। ਜਿਹੜਾ ਵੀ ਪੈਸਾ ਆਪਾਂ ਜਾਂ ਸੇਵ ਕਰਦੇ ਹਾਂ ਜਾਂ ਆਪਣਾ ਡਿਸਪਲਿਨ 'ਚ ਲਾਈਫ ਲੈ ਕੇ ਆਉਂਦੇ ਹਾਂ, that will help us down the road। ਨਹੀਂ ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਆ, ਇਸ ਨੂੰ ਜਿਹੜਾ ਉਹ ਦੇਖਣਾ ਚਾਹੀਦਾ। ਔਨ ਦੈਟ ਪੁਆਇੰਟ ਜਿਹੜੇ ਤੁਸੀਂ ਕਿਹਾ ਸੀਗਾ ਵੀ ਉਹ ਜਿਹੜਾ ਬਿੱਲ ਆ ਬਿਲੀਅਨਰਸ ਨੂੰ, ਟਰੰਪ ਹੁਣੀ ਆਪ ਕਹਿੰਦੇ ਸੀ ਵੀ ਮੇਰਾ ਇੱਕ ਮਿੱਤਰ ਆ ਬਹੁਤ ਅਮੀਰ ਆ, ਉਹਨੂੰ ਲੋੜ ਤਾਂ ਹੈ ਨਹੀਂ ਸੀ, ਪਰ ਉਹਨੇ ਜਹਾਜ਼ ਇਸੇ ਲਈ ਲੈ ਲਿਆ ਕਿਉਂਕਿ ਮੈਂ ਉਹਨੂੰ ਇਸ ਕੱਟ ਦੇ ਨਾਲ ਜਿਹੜੀ ਉਹ ਮਦਦ ਕੀਤੀ ਆ। ਸੋ ਦੈਟ ਟੈਲਸ ਯੂ ਵੀ ਕਿੱਥੇ ਜਾ ਰਹੀ ਆ ਮਨੀ, ਤੁਹਾਡਾ ਜਿਹੜਾ ਟੈਕਸ ਪੇਅਰ ਮਨੀ ਕਿੱਦਾਂ ਆ। ਸੋ ਇਹਦੇ ਨਾਲ ਜਿਹੜਾ ਉਹ ਆਪਣੇ ਸਾਹਮਣੇ ਹੀ ਆ ਕੀ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਇੱਕ ਲੇਟੈਸਟ ਰਿਪੋਰਟ ਇਹ ਵੀ ਆਈ ਸੀ ਕਿ ਨਿਰਮਲ ਮਾਨ ਜੀ ਵੀ ਆਈ ਫੋਰਗੋਟ ਕਿੰਨੇ ਪਰਸੈਂਟ, ਬਟ ਇਟ ਵਾਜ਼ ਅ ਬਿਗ ਨੰਬਰ, ਵੀ ਲੋਕਾਂ ਨੂੰ ਕ੍ਰੈਡਿਟ ਕਾਰਡ ਦੇ ਉੱਤੇ ਹੁਣ ਰੋਜ਼ਮਰਰਾ ਦੀ ਜ਼ਿੰਦਗੀ, ਰਾਸ਼ਨ ਪਾਣੀ ਜਿਹੜਾ ਉਹ ਕਰਨਾ ਪੈ ਰਿਹਾ ਹੈ। ਉਹ ਕ੍ਰੈਡਿਟ ਕਾਰਡ ਦੇ ਉੱਤੇ ਜਿਹੜਾ ਰੋਟੀ ਦੇ ਲਈ ਜਿਹੜਾ ਉਹ ਆ ਗਏ ਆ, ਇਹ ਗੁੱਡ ਸਾਈਨ ਨਹੀਂ ਹੈਗਾ। Exactly, up to 50, more than 52%. The number is more than 52%. So more than half people, they are depending on the credit card. ਤੇ ਸੋ ਜਿੱਦਾਂ ਆਪਾਂ ਗੱਲ ਕੀਤੀ ਆ, ਜਿਹੜਾ ਆਪਣੇ ਇੰਡੈਕਸ ਦੀ ਗੱਲ ਕੀਤੀ, LEI ਇੰਡੈਕਸ ਦੀ ਗੱਲ ਕੀਤੀ ਹੈ। ਸੋ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਇਟਸ ਮੈਂ ਕਿਹਾ ਕਿ ਜਿੰਨਾ ਕੰਸਰਨਿੰਗ ਪਹਿਲਾਂ ਹੈ ਹੀ ਉਹਨਾਂ ਹੈ ਨਹੀਂ, ਚਿੰਤਾ ਦੀ ਲੋੜ ਹੈ ਪਰ ਇੰਨੀ ਜ਼ਿਆਦਾ ਹੈ ਨਹੀਂ। ਪਰ ਆਪਾਂ ਨੂੰ ਇੰਡੀਵਿਜੂਅਲੀ ਆਪਣਾ ਦੇਖਣਾ ਪੈਂਦਾ। ਦੇਖੋ ਕਿ ਜੇ ਉਹ ਜਿਹੜੇ ਤੁਸੀਂ 52% ਦੀ ਗੱਲ ਕੀਤੀ ਹੈ, ਜਾਂ ਤਾਂ ਮੈਂ 52 ਚ ਫਾਲੋ ਕਰਦਾ ਜਾਂ ਮੈਂ 48 ਫਾਲ ਕਰਦਾ। ਜੇ ਮੈਂ 48 ਫਾਲ ਕਰਦਾ ਤੇ ਮੈਂ ਕਿੰਨਾ ਕੁ ਦੂਰ ਆ ਉਸ ਲਾਈਨ ਤੋਂ ਕਿ ਮੈਂ 52 ਵਾਲੇ ਪਾਸੇ ਨਾ ਆ ਜਾ। ਤੇ ਉਹ ਜਿਹੜੀ ਪਲੈਨਿੰਗ ਹੈ, ਜਿਹੜੀ ਆਪਣੀ ਸਿਚੁਏਸ਼ਨ ਹੈ, ਜੋ ਹਾਲਾਤ ਨੇ, ਉਹ ਸਾਨੂੰ ਹਰ ਬੰਦੇ ਨੂੰ ਇੰਡੀਵਿਜੂਅਲੀ ਪਤਾ ਹੁੰਦਾ। ਤੇ ਅਸੀਂ ਤੇ ਇੰਡੀਵਿਜੂਅਲੀ ਆਪਾਂ ਲਾਈਕ ਦਿਸ ਇਜ਼ ਔਨ ਅ ਡਿਸਕਲੇਮਰ, ਦਿਸ ਇਜ਼ ਓਨਲੀ ਐਜੂਕੇਸ਼ਨਲ ਪਰਪਸਸ। ਆਪਾਂ ਇਹ ਗੱਲ ਕਰਦੇ ਹਾਂ ਕਿ ਜੋ ਮਾਰਕੀਟ ਦੇ ਰਿਪੋਰਟ ਨੂੰ ਆਪਾਂ ਡਿਸਕਸ ਕਰਦੇ ਹਾਂ, ਆਪਾਂ ਤੇ ਐਜ਼ ਅ ਵਾਚ ਡੌਗ, ਐਜ਼ ਚੌਕੀਦਾਰ, ਆਪਾਂ ਜੋ ਮਾਰਕੀਟ ਦੀ ਚੀਜ਼ਾਂ ਨੇ ਉਹਨੂੰ ਸੌਖੇ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਤੁਹਾਨੂੰ ਐਜ਼ ਅ ਕਸਟਮਰ, ਐਜ਼ ਅ ਲਿਸਨਰ, ਜਾਂ ਐਜ਼ ਜੋ ਵੀ ਤੁਹਾਨੂੰ ਸਾਡੇ ਕੋਲ, ਜਾਂ ਇਸ ਤੋਂ ਇਲਾਵਾ ਜੋ ਵੀ ਤੁਸੀਂ ਐਜੂਕੇਸ਼ਨ ਜਿੱਥੋਂ ਵੀ ਕਰ ਸਕਦੇ ਹੋ, ਯੂ ਨੀਡ ਟੂ ਪਲਾਨ ਅਹੈਡ ਐਂਡ ਮੇਕ ਸ਼ੋਰ ਕਿ ਚਲੋ ਠੀਕ ਹੈ ਕਿ ਚਿੰਤਾ ਦੀ ਗੱਲ ਤੇ ਹੈ ਨਹੀਂ ਇਕਨੋਮੀ ਦੀ, ਪਰ ਇਹ ਚਿੰਤਾ ਦੀ ਗੱਲ ਜੇ ਮੇਰੇ ਵਾਸਤੇ, ਚਾਹੇ ਇਕਨੋਮੀ ਸਾਰੇ ਪਾਸੇ ਬੈਟਰ ਹੈ, ਇਫ ਆਈ ਡੋਂਟ ਹੈਵ ਅ ਜੌਬ, ਮੇਰੇ ਵਾਸਤੇ ਚਿੰਤਾ ਦੀ ਗੱਲ ਹੈ। ਇਫ ਮਾਈ ਬਿਜ਼ਨਸ ਇਜ਼ ਨਾਟ ਡੂਇੰਗ ਵੈਲ, ਮੇਰੇ ਵਾਸਤੇ ਚਿੰਤਾ ਦੀ ਗੱਲ ਹੈਗੀ ਹੈ। ਜੇ ਅੱਜ ਜਿਹੜਾ ਬੰਦਾ ਜੇ ਕਿਸੇ ਦਾ, ਮੇਰੇ ਫਰੈਂਡ ਨੇ, ਉਹਦਾ ਲਿਕਰ ਸਟੋਰਸ ਨੇ, ਉਹ ਕਹਿੰਦੇ ਕਿ ਜਿਹੜਾ ਬੰਦਾ ਪਿਛਲੇ ਮਹੀਨੇ 100 ਦੀ ਪੀਣ ਡਿਆ ਜਾਂ 50 ਦੀ ਪੀਣ ਡਿਆ, ਅਫਕੋਰਸ ਜੇ ਉਹਨਾਂ ਦਾ ਮਾਰਜਨ 20% ਹੀ ਹੈ ਤਾਂ ਉੱਥੇ 20 ਬਚਾਉਣ ਡਿਆ, 10 ਬਚਾਉਣ ਡਿਆ ਨੇ। ਸੋ ਮੈਂ ਨਹੀਂ ਕਹਿੰਦਾ ਕਿ ਲੋਕੀ ਜ਼ਿਆਦਾ ਪੀਣ ਤੇ ਉਹਨਾਂ ਦਾ ਮਾਰਜਨ ਜ਼ਿਆਦਾ ਵਧੇ, ਪਰ ਓਵਰਆਲ ਜਿਹੜੀ ਚੀਜ਼ਾਂ ਨੇ, ਸਪੈਂਡਿੰਗ ਪਾਵਰ ਲੋਕਾਂ ਦੀ ਜਿਹੜੀ ਘਟ ਗਈ ਹੈ, ਔਰ ਇਨਫਲੇਸ਼ਨ ਇੰਨੀ ਜ਼ਿਆਦਾ ਹੈ। ਮਤਲਬ ਜੇ ਤੁਸੀਂ ਗੱਲ ਕਰੋ ਕਿ ਪ੍ਰੀ ਪੈਂਡੈਮਿਕ, ਜੇ ਆਪਾਂ ਜਾ ਕੇ ਕਿਸੇ ਮੈਕਡੋਨਲਡ ਤੇ ਜਾਂ ਕਿਸੇ ਵੀ ਆਪਣੇ ਫਾਸਟ ਫੂਡ ਤੇ $15-20 ਦੀ ਜਾਂ $10 ਦੀ ਆਪਾਂ ਇੱਕ ਮੀਲ ਲੈ ਸਕਦੇ ਹਾਂ। ਅੱਜ ਉਹ ਮੀਲ ਜਿਹੜਾ $25-30 ਦਾ ਹੋ ਗਿਆ। So things are people are getting used to it. ਤੇਲ ਸਸਤਾ ਨਹੀਂ ਹੁੰਦਾ ਪਿਆ, it's getting more expensive every single day. So ਇਹ ਚੀਜ਼ਾਂ ਨੂੰ ਧਿਆਨ 'ਚ ਮੱਦੇਨਜ਼ਰ ਰੱਖਦੇ ਆਈ ਥਿੰਕ ਡਰਾਉਣ ਵਾਲੀ ਗੱਲ ਨਹੀਂ, ਬਿਕੋਜ਼ ਅੱਜ ਚੰਗੀ ਰਿਪੋਰਟ ਹੈ ਕਿ ਓਵਰਆਲ ਜਿਹੜਾ ਚੀਜ਼ਾਂ ਨੇ ਇਸ ਟਾਈਮ ਦੇ ਆਰ ਬੈਟਰ ਦੈਨ ਲਾਸਟ ਮੰਥ, ਤੇ ਪੋਸੀਬਲੀ ਦੇ ਵਿਲ ਬੀ ਬੈਟਰ ਬਾਈ ਐਂਡ ਆਫ ਦਿਸ ਈਅਰ। ਹੋ ਸਕਦਾ ਇਕਨੋਮੀ ਇੰਨੀ ਨਾ ਖਰਾਬ ਹੋਏ, ਪਰ ਜਿਹੜਾ ਵੀ ਬੰਦਾ ਹੈਗਾ, ਮੈਂ ਤਾਂ ਇਹੀ ਕਹਾਂਗਾ ਕਿ ਇਸ ਟਾਈਮ ਜਿਹੜਾ ਤੁਹਾਡੇ ਕੋਲ ਕੈਸ਼ ਹੈ, ਟਰਾਈ ਟੂ ਸੇਵ ਇਟ। ਘਰ ਲੈਣਾ ਜੇ ਅਜੇ ਅਵੋਇਡ ਕਰ ਸਕਦੇ ਹੋ, ਅਵੋਇਡ ਇਸ ਕਰਕੇ ਕਰ ਲਓ ਬਿਕੋਜ਼ ਚੀਜ਼ਾਂ ਜਿਹੜੀਆਂ ਥੱਲੇ ਨੂੰ ਜਾ ਰਹੀਆਂ ਨੇ। ਸੋ ਯੂ ਡੋਂਟ ਨੋ ਵੈਨ ਮਾਰਕੀਟ ਇਜ਼ ਗੋਇੰਗ ਡਾਊਨ, ਯੂ ਡੋਂਟ ਨੋ ਕਿ ਉਹਨੇ ਕਿੰਨਾ ਥੱਲੇ ਜਾਣਾ। ਮਾਰਕੀਟ ਜੇ ਕੋਈ ਉੱਪਰ ਆਉਣ ਲੱਗ ਪਏ, ਯੂ ਮੇ ਪੇ, ਬਿਕੋਜ਼ ਮੈਨੂੰ ਲੱਗਦਾ ਕਿ ਜੇ ਥੱਲੇ ਜਾਂਦੀ ਸੀ ਬਿਲਕੁਲ ਰੌਕ ਬਾਟਮ ਦੇ ਉੱਤੇ, ਆਈ ਵੁੱਡ ਹੈਵ ਪੇਡ ਲੈਸ ਪ੍ਰਾਈਸ, ਬਟ ਆਈ ਡੋਂਟ ਨੋ ਦਿਸ ਇਜ਼ ਰੌਕ ਬਾਟਮ। ਇੱਕੋ ਹੀ ਮਾਰਕੀਟ ਉੱਤੇ ਆਉਣ ਲੱਗ ਪੈਂਦੀ ਹੈ, ਤੁਸੀਂ ਰੌਕ ਬਾਟਮ ਦਾ ਥੋੜਾ ਜ਼ਿਆਦਾ ਪ੍ਰਾਈਸ ਪੇ ਕਰੋਗੇ, ਬਟ ਯੂ ਨੋ ਕਿ ਜਿਹੜਾ ਤੀਰ ਹੈ ਹੁਣ ਤਾਂ ਨੂੰ ਚੜ੍ਹਨ ਲੱਗ ਪਿਆ, ਗੋਇੰਗ ਅਪ। ਸੋ ਮਾਰਕੀਟ ਇਜ਼ ਗੈਟਿੰਗ ਬੈਟਰ। ਸੋ ਉਸ ਲੈਵਲ ਤੇ ਤੁਸੀਂ ਆਪਣਾ ਘਰ ਖਰੀਦ ਸਕਦੇ ਹੋ। ਮੈਂ ਤੇ ਇਹ ਕਹਾਂਗਾ ਕਿ ਖਾਸ ਕਰਕੇ ਜੇ ਤੁਸੀਂ ਇਨਵੈਸਟਮੈਂਟ ਪ੍ਰਾਪਰਟੀਆਂ ਵੱਲ ਦੇਖਦੇ ਪਏ ਇਸ ਟਾਈਮ, I don't see, because we work in mortgage as well, I don't see anywhere in the country ਜਿੱਥੇ ਤੁਸੀਂ 25% ਡਾਊਨ ਦੇ ਕੇ ਖਾਸ ਕਰਕੇ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਉੱਤੇ ਤੁਸੀਂ ਬ੍ਰੇਕ ਈਵਨ ਵੀ ਹੋ ਸਕਦੇ ਹੋ। Maybe very few exceptions, but throughout, because we land in multiple states, multiple countries, not multiple states, multiple cities ਆਉਂਦੀਆਂ ਨੇ, ਕਿਤੇ ਵੀ not anywhere in US ਤੁਸੀਂ 25-30% ਡਾਊਨ ਦੇ ਕੇ
ਤੁਸੀਂ ਬ੍ਰੇਕ ਇਵਨ ਵੀ ਹੋ ਜਾਓਗੇ। ਔਰ ਪਲੱਸ ਅੱਜ ਦੀ ਡੇਟ 'ਚ ਤੁਸੀਂ ਬ੍ਰੇਕ ਇਵਨ ਹੋ ਵੀ ਜਾਓ, ਕਈ ਵਾਰ ਕਹਿੰਦੇ ਕੋਈ ਗੱਲ ਨਹੀਂ ਭਾਜੀ $100 $200 ਪੱਲਿਓਂ ਪੈਣ ਡਿਆ, ਬਟ ਯੂ ਨੋ ਜਨਰਲੀ $100 $200 ਪੱਲਿਓਂ ਪੈ ਰਿਹਾ, ਦਿਸ ਇਜ਼ ਜਨਰਲੀ ਇਨ ਅ ਗੁੱਡ ਇਨਵਾਇਰਨਮੈਂਟ, ਇਟਸ ਓਕੇ, ਬਿਕੋਜ਼ ਹੁੰਦਾ ਕਿ ਚਲੋ ਐਟਲੀਸਟ ਤੁਹਾਡਾ ਪ੍ਰਿੰਸੀਪਲ ਤੇ ਪੇ ਹੋ ਰਿਹਾ, ਤੁਸੀਂ $200 ਪੱਲਿਓਂ ਪਾਇਆ ਕਰ ਰਿਹਾ। ਪਰ ਉਦੋਂ ਕੀ ਹੁੰਦਾ ਕਿ ਮਾਰਕੀਟ ਜਿਹੜਾ ਤੁਹਾਡੇ ਘਰ ਦੀ ਜਿਹੜੀ ਹੈ ਪੈਸਿਵ ਵੈਲਿਊ ਜਿਹੜੀ ਹੈ, ਪੈਸਿਵ ਇਨਕਮ ਜਿਹੜਾ ਘਰ ਦੀ ਅਪਰੇਜ਼ਲ ਉੱਤੇ ਜਾਂਦਾ ਪਿਆ। ਹੁਣ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਘਰ ਚੱਲੇ ਨੇ $1,00,000 ਡ੍ਰੌਪ ਕਰ ਦਿੱਤਾ ਪ੍ਰਾਈਸ, ਦੈਟਸ ਅ ਹਿਊਜ ਡ੍ਰੌਪ। ਕੋਈ 10,000 ਨਹੀਂ, ਕੋਈ 5,000 ਨਹੀਂ, ਸਿੱਧਾ $1,00,000 ਜਿਹੜਾ ਉਹ ਘਟਿਆ ਆ। ਇੱਕ ਤਾਂ ਤੁਸੀਂ ਪੈਸੇ ਵੀ ਪੱਲੋਂ ਪਾਓਗੇ, ਉਤੋਂ ਤੁਸੀਂ ਡ੍ਰੌਪ ਵੀ ਕਰਦੇ ਪਏ, ਨਾਲੇ ਵੇਟ ਕਿੰਨੇ ਮਹੀਨੇ ਕਰ ਰਿਹਾ ਕਿ ਕਦੋਂ ਦਾ ਫੱਟਾ ਲੱਗਾ ਹੈ ਉਹਦੇ, ਔਰ ਜਿੰਨੇ ਮਹੀਨੇ ਫੱਟਾ ਲੱਗ ਰਿਹਾ ਉਹਨੇ ਮਹੀਨੇ ਹਰ ਮਹੀਨੇ ਉਹ ਮਾਰਗੇਜ ਤਾਂ ਪੁਰਾਣੀ ਉਹਦੀ ਜਾ ਹੀ ਰਹੀ ਆ। ਐਗਜ਼ੈਕਟਲੀ, ਸਭ ਜਾ ਰਹੀ ਹੈ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਬਣੀ ਪਈ ਆ। ਸੋ ਸੋਚੋ ਵਿਚਾਰੋ, ਦੇਖੋ ਵਟ ਨੰਬਰਸ ਵਰਕ ਫॉर ਯੂ, ਕਿਹੜੇ ਨੰਬਰ ਤੁਹਾਡੇ ਲਈ ਜਿਹੜੇ ਉਹ ਵਰਕ ਕਰਦੇ ਆ, ਤਾਂ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਫੈਸਲਾ ਜਿਹੜਾ ਉਹ ਲਓ। ਆਈ ਨੋ ਆਪਣੇ ਲੋਕਾਂ ਦੇ ਲਈ ਇਹ ਬੜਾ ਸੈਂਟੀਮੈਂਟਲ ਇਸ਼ੂ ਹੁੰਦਾ ਘਰ ਨੂੰ ਜਿਹੜਾ ਉਹ ਬਾਏ ਕਰਨਾ, ਵੀ ਉਹ ਇਦਾਂ ਆ, ਬਟ ਯੂ ਹੈਵ ਟੂ ਪਲਾਨ ਲੌਂਗ ਟਰਮ। ਫਿਲਾਸਫੀਕਲੀ ਤੇ ਮੈਂ ਇਹ ਕਹਿਣਾ ਹੁੰਦਾ, ਦੇਖੋ ਐਂਡ ਆਫ ਦ ਡੇ ਰਾਜਕਰਨ, ਘਰ ਤੁਸੀਂ ਲੈਣਾ ਤੇ ਇੱਕ ਹੋਟਲ ਜਾਂਦੇ ਆ, ਵੀ ਪੇ ਰੈਂਟ ਫॉर ਵਨ ਨਾਈਟ, ਜੇ ਆਪਾਂ ਕਿਰਾਏ ਤੇ ਲੈਂਦੇ ਆ ਤਾਂ ਮੇਬੀ ਸਾਲ ਦਾ ਮਹੀਨੇ ਦਾ ਕਿਰਾਇਆ ਪੇ ਕਰਦੇ ਆ। ਇਫ ਯੂ ਬਾਏ ਅ ਹੋਮ ਯੂ ਪੇ ਦਾ ਕਿਰਾਇਆ ਫॉर ਰੈਸਟ ਆਫ ਯੂਰ ਲਾਈਫ, ਬਟ ਐਵਰੀਥਿੰਗ ਇਜ਼ ਟੈਂਪਰਰੀ। ਇੰਨਾ ਜ਼ਿਆਦਾ ਇਮੋਸ਼ਨਲੀ ਅਟੈਚਮੈਂਟ ਹੋਣ ਦੀ ਲੋੜ ਨਹੀਂ ਹੈਗੀ। ਆਫ ਕੋਰਸ ਜੇ ਆਪਣਾ ਘਰ ਹੁੰਦਾ, ਕਨਵੀਨੀਅੰਸ ਹੁੰਦਾ, ਯੂ ਹੈਵ ਅ ਪ੍ਰਾਈਡ ਆਫ ਓਨਰਸ਼ਿਪ, ਤੁਹਾਨੂੰ ਇੱਕ ਕੰਫਰਟ ਹੁੰਦੀ ਹੈ, ਯੂ ਡੋਂਟ ਮੂਵ, ਬਟ ਡੋਂਟ ਗੈਟ ਇਮੋਸ਼ਨਲੀ ਪੇਅਰ ਪ੍ਰੈਸ਼ਰ ਦੇ ਵਿੱਚ ਕਿ ਹਾਂ ਵੀ ਉਹਦਾ ਵੱਡਾ ਘਰ ਆ, ਮੇਰਾ ਵੱਡਾ ਘਰ ਆ। ਐਂਡ ਆਫ ਦਾ ਡੇ ਪੇਮੈਂਟਾਂ ਤੁਹਾਨੂੰ ਭਰਨੀਆਂ ਪੈਣੀਆਂ ਨੇ, ਔਰ ਜੇ ਚੀਜ਼ਾਂ ਚੰਗੀਆਂ ਹੁੰਦੀਆਂ ਪਈਆਂ, ਕਈ ਵਾਰ ਬੰਦਾ ਔਖਾ ਹੋ ਕੇ ਪੇਮੈਂਟ ਕਰ ਲੈਂਦਾ, ਬਟ ਐਟਲੀਸਟ ਓਵਰਆਲ ਤੁਹਾਨੂੰ ਉਹਦਾ ਬੈਨੀਫਿਟ ਮਿਲਦਾ ਜਦੋਂ ਚੀਜ਼ਾਂ ਕੀਮਤਾਂ ਵੱਧਦੀਆਂ ਨੇ। ਪਰ ਰਾਈਟ ਨਾਓ ਦੈਟ ਬੈਨੀਫਿਟ ਇਜ਼ ਨਾਟ ਦੇਅਰ। ਹੋ ਸਕਦਾ ਹੈ ਕਿ ਓਵਰਆਲ ਜੇ ਮਾਰਕੀਟ ਹੋਰ ਥੱਲੇ ਡਿੱਗ ਜਾਏ ਔਰ ਜੇ ਡਰਾਸਟਿਕਲੀ ਡਿੱਗ ਜਾਏ, ਤੇ ਆਈ ਹੋਪ ਇਟ ਡਜ਼ਨਟ ਹੈਪਨ, ਬਟ ਜੇ ਡਿੱਗ ਜਾਂਦੀ, ਜੇ ਹੋ ਜਾਂਦਾ ਇੱਦਾਂ, ਤੇ ਕੱਲ ਨੂੰ ਜਿਹੜੇ ਅੱਜ ਨਵੇਂ ਬੱਚੇ ਨੇ ਉਹ ਵੀ ਘਰ ਅਫੋਰਡ ਕਰ ਸਕਦੇ ਨੇ, ਕਿਉਂਕਿ ਅੱਜ ਦੇ ਜਨ ਜੀ ਕੋਈ ਬੱਚਾ ਅੱਜ ਇੱਕ ਹਸਬੈਂਡ ਵਾਈਫ ਬੱਚਾ ਨਵੀਂ ਫੈਮਿਲੀ ਸ਼ੁਰੂ ਕਰਕੇ ਜੌਬ ਵੀ ਕਰਕੇ ਰੀਸੈਂਟ ਦੇ ਘਰ ਅਫੋਰਡ ਕਰਨਾ ਚਾਹਣ ਤੇ ਅਫੋਰਡ ਨਹੀਂ ਕਰ ਸਕਦੇ ਅਨਲੈਸ ਦੇयर ਇਜ਼ ਅ ਸਪੋਰਟ ਫਰਮ देयर ਪੇਰੈਂਟਸ ਔਰ ਫੈਮਿਲੀ, ਬਿਕਾਜ਼ ਡਾਊਨ ਪੇਮੈਂਟ ਇਕੱਠੀ ਕਰਨੀ, ਉਹਦੇ ਬਾਅਦ ਜਿਹੜੀਆਂ ਘਰਾਂ ਦੀਆਂ ਕਿਸ਼ਤਾਂ ਦੇਣੀਆਂ, that American dream is dying somewhere. So this may ਬਿਲਕੁਲ ਰਿਐਲਿਟੀ ਆ। ਮੈਂ ਲੇਟੈਸਟ ਇੱਕ ਚੀਜ਼ ਪੜ੍ਹ ਰਿਹਾ ਸੀਗਾ, ਹਾਈਐਸਟ ਨੰਬਰ ਆਫ ਪੀਪਲ ਮੂਵਿੰਗ ਬੈਕ ਵਿਦ ਪੇਰੈਂਟਸ ਇਸ ਟਾਈਮ। ਇਹ ਸਿਚੁਏਸ਼ਨ ਆ ਵੀ ਜਿਹੜੇ ਨਿਆਣੇ ਆ ਜਿਨ੍ਹਾਂ ਨੂੰ 18 ਤੋਂ ਬਾਅਦ ਉਹਦਾ ਇੱਥੇ ਜਿਹੜਾ ਕਿਹਾ ਜਾਂਦਾ ਵੀ ਕੱਢ ਦਿੰਦੇ, ਤੋੜ ਦਿੰਦੇ, ਜਾਓ ਆਪੋ ਆਪਣੀ ਰਾਹ, ਉਹਨਾਂ ਨੂੰ ਵਾਪਸ ਆਪਣੇ ਮਾਪਿਆਂ ਦੇ ਨਾਲ ਮੂਵ ਹੋਣਾ ਪੈ ਰਿਹਾ। ਰੀਜ਼ਨ ਬੀਇੰਗ ਦ ਸੇਮ, ਦੇ ਕੈਨਟ ਅਫੋਰਡ ਟੂ ਬਾਏ ਨਿਊ ਹਾਊਸ। ਤੇ ਬਹੁਤ ਬਹੁਤ ਧੰਨਵਾਦ ਨਿਰਮਲ ਮਾਨ ਜੀ ਅੱਜ ਦੇ ਪ੍ਰੋਗਰਾਮ ਦੇ ਲਈ। ਤੇ ਜਿਹੜੀ ਇੱਕ ਤੁਸੀਂ ਕ੍ਰੈਡਿਟ ਕਾਰਡ ਵਾਲੀ ਦੱਸੀ ਸੀ, ਇੱਕ ਦੀ ਨੰਬਰ ਚਲੋ ਦੱਸ ਦਿਓ ਵੀ ਇਫ ਐਨੀਬਡੀ ਨੀਡਸ ਹੈਲਪ ਕ੍ਰੈਡਿਟ ਕਾਰਡ ਦੇ ਬਾਬਤ ਜਾਂ ਕਿਸੇ ਵੀ ਤਰੀਕੇ ਦੇ ਡੈਟ ਦੇ ਬਾਬਤ, ਜੇ ਉਹਨਾਂ ਨੇ ਹੈਲਪ ਲੈਣੀ ਹੈ ਉਸ ਨੂੰ ਸੈਟਲ ਕਰਾਉਣ ਦੇ ਲਈ, ਉਸ ਨੂੰ ਘਟਵਾਉਣ ਦੇ ਲਈ, ਮਾਫ ਕਰਵਾਉਣ ਦੇ ਲਈ, ਉਹਦੇ ਲਈ ਆਪਣਾ ਨੰਬਰ ਵੀ ਸ਼ੇਅਰ ਕਰੋ। ਜੀ ਬਹੁਤ ਇੰਪੋਰਟੈਂਟ ਹੈ, ਬਿਕਾਜ਼ ਅਜੋਕੇ ਸਮੇਂ ਦੇ ਵਿੱਚ ਔਰ ਅਜੋਕੇ ਸਮੇਂ ਦੇ ਕਿਸੇ ਸਮੇਂ ਦੇ ਵਿੱਚ ਵੀ ਕਰਜ਼ਾ ਜਿਹੜਾ, ਔਰ ਖਾਸ ਕਰਕੇ ਜਿਹੜਾ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ, ਤੇ ਆਪਣੇ ਉਹ ਬੈਕ ਹੋਮ ਪਿੰਡਾਂ ਦੇ ਸ਼ਾਹੂਕਾਰਾਂ ਦੇ ਕਰਜ਼ੇ ਵਰਗਾ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ। ਇਟਸ ਅ ਵਿਸ਼ੀਅਸ ਸਰਕਲ ਜਿਹੜਾ ਤੁਹਾਡਾ ਚੱਲਦਾ ਹੀ ਰਹਿੰਦਾ। ਤੇ ਇਹ ਜਿਹੜਾ ਬੈਡ ਡੈਟ ਜਿਹੜਾ ਹੈ ਤੁਹਾਡਾ, ਗੁੱਡ ਮਨੀ ਗੋਇੰਗ ਆਫਟਰ ਬੈਡ, ਇਹਨੂੰ ਅਵੋਇਡ ਕਰੋ, ਬਿਕਾਜ਼ ਦਿਸ ਇਜ਼ ਅ ਹਿਊਜ ਲੀਕੇਜ, ਇਟਸ ਅ ਬਲੀਡਿੰਗ ਇਨ ਫੈਕਟ, ਵਿਚ ਇਜ਼ ਅ ਫਾਈਨੈਂਸ਼ੀਅਲ ਸਿਸਟਮ, ਤੁਹਾਡਾ ਫਾਈਨੈਂਸ਼ੀਅਲ ਲਾਈਫ ਤੁਹਾਡੇ ਸਿਸਟਮ 'ਚ ਬਲੀਡ ਕਰ ਦਿੰਦਾ। ਸੋ ਉਹਦੇ ਬਾਰੇ ਕ੍ਰੈਡਿਟ ਕਾਰਡ ਨੂੰ ਸੈਟਲ ਕਰਨਾ ਔਰ ਇਹ 'ਚ ਪੈਸੇ ਬਚਾਉਣ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਯੂ ਗੈਟ ਆਊਟ ਆਫ ਡੈਟ ਐਂਡ ਐਵਰੀ ਮੰਥ ਯੂ ਸੈਂਡ ਦੈਟ ਮਿਨੀਮਮ ਪੇਮੈਂਟ ਟੂ ਯਰ ਕ੍ਰੈਡਿਟ ਕੰਪਨੀਜ਼। ਜਿਹੜਾ ਵੀ ਤੁਸੀਂ 2 4 5 6 ਮਹੀਨੇ ਲਾ ਕੇ ਉਹਨੂੰ ਸੈਟਲ ਕਰਕੇ ਪੇ ਕਰਕੇ ਯੂ ਕੈਨ ਗੈਟ ਮੋਰ ਕ੍ਰੈਡਿਟ ਕਾਰਡਸ ਐਂਡ ਬੀ ਮੋਰ ਡਿਸਿਪਲਿਨਡ ਐਂਡ ਗੋਇੰਗ ਫਾਰਵਰਡ। ਜਿਹੜੇ ਪੈਸੇ ਤੁਸੀਂ ਕ੍ਰੈਡਿਟ ਕਾਰਡਾਂ ਦਿੰਦੇ ਹੋ, ਜਿੱਦਾਂ ਆਪਾਂ ਕਿਹਾ ਕਿ ਇਨਵੈਸਟ ਟੂਵਰਡਸ ਯੂਰ ਫਿਊਚਰ, ਚਾਹੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਹੈ, ਚਾਹੇ ਤੁਹਾਡੇ ਆਪਣੀ ਰਿਟਾਇਰਮੈਂਟ ਪਲਾਨਸ ਹੈ, ਰਾਥ ਆਇਰੇ, ਜਿਹੜੇ ਆਪਾਂ ਅੱਗੇ ਪ੍ਰੋਗਰਾਮ ਕੀਤੇ ਨੇ, ਯੂ ਕੈਨ ਗੋ ਵਾਚ ਬੈਕ those programs। और जो करंट LI ਦੀ ਰਿਪੋਰਟ ਵੀ ਕਹਿੰਦੀ ਹੈ ਕਿ you need to have at least 3 to 6 months emergency funds based on the current market situation। ਸੋ ਇਹਦੇ ਬਾਰੇ ਜੇ ਤੁਹਾਨੂੰ ਕੋਈ ਕੁਐਸਚਨ ਚਾਹੀਦਾ ਹੈਗਾ, ਜਾਂ ਤੁਸੀਂ ਕ੍ਰੈਡਿਟ ਕਾਰਡ ਦਾ ਕੋਈ ਇਸ਼ੂ ਹੈ, ਜਾਂ ਤੁਸੀਂ ਆਪਣੇ ਪੈਸੇ ਨੂੰ ਹੋਰ ਪ੍ਰੋਪਰਲੀ ਬਚਾਉਣਾ ਚਾਹੁੰਦੇ ਹੋ ਲੌਂਗ ਟਰਮ ਦੇ ਵਿੱਚ, ਤੇ ਕਾਲ ਕਰ ਲਓ। ਨੰਬਰ ਹੈ ਸਾਡਾ 888-888-9914, 888 888 9914, और वेबसाइट है oora.org, OORAA.org। ਜੀ ਬਹੁਤ ਬਹੁਤ ਧੰਨਵਾਦ ਨਿਰਮਲ ਮਾਨ ਜੀ, ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ।